Hello students, this is Dr. Amit Juneja, lecturer economics, Shahid Balwinder Singh Government Senior Secondary Smart School, Sabuana District Fazilka, and I welcome you all in this lecture of economics। ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਰਹੇਗਾ ਉਹ ਰਹੇਗਾ ਆਮਦਨ ਅਤੇ ਉਤਪਾਦਨ ਦਾ ਚੱਕਰੀ ਪ੍ਰਵਾਹ। ਜਿਵੇਂ ਕਿ ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਦੇਖਿਆ ਸੀ ਕਿ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਜਿਹੜਾ ਹੈ ਉਹ ਕੀ ਹੁੰਦਾ ਹੈ। ਉਹਦੇ 'ਚ ਆਪਾਂ ਇਹ ਗੱਲ ਕੀਤੀ ਸੀ ਵੀ ਕਿਉਂਕਿ ਇਹਦਾ ਨਾਮ ਜਿਹੜਾ ਹੈ ਉਹ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਹੈ, ਇਸ ਕਰਕੇ ਆਪਾਂ ਇਹਦੇ ਵਿੱਚ ਸਿਰਫ ਤੇ ਸਿਰਫ ਜਿਹੜੇ ਨੇ ਉਹ ਆਪਾਂ ਪ੍ਰਵਾਹ ਚਰਾਂ ਨੂੰ ਹੀ ਜਿਹੜਾ ਹੈ ਉਹ ਆਪਾਂ ਸ਼ਾਮਿਲ ਕਰਾਂਗੇ। ਇਹ ਜੇ ਚਰ ਜਿਨ੍ਹਾਂ ਨੂੰ ਆਪਾਂ ਸਮੇਂ ਦੀ ਇੱਕ ਅਵਧੀ ਦੇ ਵਿੱਚ ਮਾਪਦੇ ਹਾਂ, ਇਹ ਜੇ ਚਰ ਨਹੀਂ ਜਿਨ੍ਹਾਂ ਨੂੰ ਆਪਾਂ ਸਮੇਂ ਦੇ ਇੱਕ ਬਿੰਦੂ ਤੇ ਜਿਹੜਾ ਹੈ ਉਹ ਮਾਪਦੇ ਹਾਂ। ਤਾਂ ਆਪਾਂ ਸਿਰਫ ਤੇ ਸਿਰਫ ਜੋ ਲੈਣੇ ਨੇ ਉਹ ਪ੍ਰਵਾਹ ਚਰ ਲੈਣੇ ਨੇ, ਕਿਸੇ ਵੀ ਤਰ੍ਹਾਂ ਦਾ ਸਟਾਕ ਚਰ ਜਿਹੜਾ ਉਹ ਆਪਾਂ ਨਹੀਂ ਲੈਣਾ। ਹੁਣ ਕੁਐਸਚਨ ਉੱਠਦਾ ਹੈ ਕਿ ਜਿਹੜਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਹੈ ਉਹ ਕਿੰਨੀ ਤਰ੍ਹਾਂ ਦਾ ਹੁੰਦਾ ਹੈ, ਜਾਂ ਜਿਹੜੇ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਬਣਾਇਆ ਜਾਏਗਾ ਉਹਦੇ ਵਿੱਚ ਕਿੰਨੀ ਤਰ੍ਹਾਂ ਦੇ ਲੈਣ ਦੇਣ ਜਿਹੜੇ ਨੇ ਉਹ ਹੋਣਗੇ। ਉਸ ਆਧਾਰ ਤੇ ਹੀ ਆਪਾਂ ਜਾਂਦੀਆਂ ਕਿਸਮਾਂ ਦੀ ਜਿਹੜੀ ਹੈ ਉਹ ਗੱਲ ਕਰਾਂਗੇ। ਤਾਂ ਆਪਣਾ ਜਿਹੜਾ ਟੌਪਿਕ ਸ਼ੁਰੂ ਹੁੰਦਾ ਹੈ ਉਹ ਹੈ ਆਪਣੇ ਕੋਲ ਕਿ ਆਮਦਨ ਅਤੇ ਉਤਪਾਦਨ ਦਾ ਚੱਕਰੀ ਪ੍ਰਵਾਹ। ਠੀਕ ਹੈ, ਤਾਂ ਆਪਾਂ ਇੰਡੀਆ ਸਭ ਤੋਂ ਪਹਿਲਾਂ ਜਿਹੜਾ ਹੈ ਉਹ ਆਪਾਂ ਇੰਡੀਆ ਕਿਸਮਾਂ ਜਿਹੜੀਆਂ ਨੇ ਉਹ ਦੇਖਣ ਵਾਲੇ ਆ ਕਿ ਆਮਦਨ ਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਦੀਆਂ ਕਿੰਨੀਆਂ ਕਿਸਮਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ। ਤਾਂ ਆਮਦਨ ਤੇ ਉਤਪਾਦਨ ਦਾ ਜਿਹੜਾ ਚੱਕਰੀ ਪ੍ਰਵਾਹ ਹੈ ਉਹਦੀਆਂ ਮੇਨ ਦੋ ਕਿਸਮਾਂ ਜਿਹੜੀਆਂ ਉਹ ਹੁੰਦੀਆਂ ਨੇ, ਜਿੰਦੇ ਚੋਂ ਜਿਹੜੀ ਪਹਿਲੀ ਕਿਸਮ ਹੈ ਉਹਨੂੰ ਆਪਾਂ ਕਹਿੰਦੇ ਹਾਂ ਵਾਸਤਵਿਕ ਪ੍ਰਵਾਹ। ਠੀਕ ਹੈ, ਦੇਖਿਓ ਜਿਹੜੀ ਵੀ ਦੋ ਕਿਸਮਾਂ ਨੇ ਹੋਣਗੇ ਉਹ ਪ੍ਰਵਾਹੀ। ਠੀਕ ਹੈ, ਇੱਕ ਹੋਏਗਾ ਵਾਸਤਵਿਕ ਪ੍ਰਵਾਹ, ਇੱਕ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਮੌਦਰਿਕ ਪ੍ਰਵਾਹ। ਤਾਂ ਵਾਸਤਵਿਕ ਪ੍ਰਵਾਹ ਕੀ ਹੈ ਤੇ ਮੌਦਰਿਕ ਪ੍ਰਵਾਹ ਕੀ ਹੈ, ਇਹਨੂੰ ਸਮਝਣ ਵਾਸਤੇ ਆਪਾਂ ਨੂੰ ਕੋਈ ਰੱਟਾ ਮਾਰਨ ਦੀ ਲੋੜ ਨਹੀਂ ਹੈ, ਕੋਈ ਗ੍ਰੈਮਿੰਗ ਕਰਨ ਦੀ ਲੋੜ ਨਹੀਂ ਹੈ, ਆਪਣੇ ਆਪ ਸਾਰਾ ਕੁਝ ਦੱਸਣਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵਾਸਤਵਿਕ ਪ੍ਰਵਾਹ ਦੀ ਕਿ ਵਾਸਤਵਿਕ ਪ੍ਰਵਾਹ ਜਿਹੜਾ ਹੈ ਉਹ ਕੀ ਹੁੰਦਾ ਹੈ। ਦੇਖੋ, ਵਾਸਤਵਿਕ ਪ੍ਰਵਾਹ ਦੀ ਜਿਹੜੀ ਐਗਜ਼ਾਮਪਲ ਹੈ ਉਹ ਆਪਾਂ ਆਪਣੀਆਂ ਛੋਟੀਆਂ ਕਲਾਸਾਂ ਤੋਂ ਲੈ ਸਕਦੇ ਹਾਂ। ਛੋਟੀਆਂ ਕਲਾਸਾਂ 'ਚ ਆਪਾਂ ਨੂੰ ਇੱਕ ਟੌਪਿਕ ਪੜ੍ਹਾਇਆ ਜਾਂਦਾ ਹੈ ਜਿਹਦੇ 'ਚ ਹੁੰਦਾ ਹੈ ਵਸਤੂ ਵਟਾਂਦਰਾ ਪ੍ਰਣਾਲੀ। ਵਸਤੂ ਵਟਾਂਦਰਾ ਪ੍ਰਣਾਲੀ ਨਾਮ ਤੋਂ ਕਲੀਅਰ ਕਰੋ ਵੀ ਕੀ ਹੋਏਗਾ। ਜਦੋਂ ਵਸਤੂ ਵਟਾਂਦਰਾ मतलब ਵਟਾਂਦਰਾ ਕੀ ਹੁੰਦਾ ਹੈ, ਲੈਣ ਦੇਣ। ਲੈਣ ਦੇਣ ਹੋਏਗਾ ਕਿੰਦੇ ਵਿੱਚ ਹੋਏਗਾ, ਵਸਤੂਆਂ ਦੇ ਰੂਪ ਦੇ ਵਿੱਚ ਹੋਏਗਾ। ਯਾਨੀ ਇਹ ਸਿਸਟਮ ਕਦੋਂ ਚੱਲਦਾ ਸੀ, ਜਦੋਂ ਪੈਸਾ ਨਹੀਂ ਹੁੰਦਾ ਸੀ। ਤਾਂ ਉਦੋਂ ਕੀ ਹੋਏਗਾ, ਸੋਚ ਕੇ ਦੇਖੋ ਵੀ ਇੱਕ ਇਨਸਾਨ ਜਿਹੜਾ ਹੈ ਉਹ ਇਸ ਲਾਇਕ ਤਾਂ ਨਹੀਂ ਹੈ ਨਾ ਕਿ ਆਪਣੀਆਂ ਸਾਰੀਆਂ ਜ਼ਰੂਰਤਾਂ ਜਿਹੜੀਆਂ ਨੇ ਉਹਨਾਂ ਨੂੰ ਆਪ ਪੂਰਾ ਕਰ ਲਵੇ। ਉਹਨੂੰ ਕੀ ਹੈ, ਉਹਨੂੰ ਦੂਜੇ ਵਿਅਕਤੀਆਂ ਦੀ ਜਿਹੜੀ ਹੈ ਉਹ ਲੋੜ ਹੈ। ਇਸੇ ਤਰ੍ਹਾਂ ਜਿਹੜੇ ਦੂਸਰੇ ਵਿਅਕਤੀ ਨੇ ਉਹ ਵੀ ਆਪਣੀਆਂ ਜ਼ਰੂਰਤਾਂ ਆਪ ਪੂਰੀਆਂ ਨਹੀਂ ਕਰ ਸਕਦੇ, ਉਹਨਾਂ ਨੂੰ ਉਸ ਵਿਅਕਤੀ ਦੀ ਲੋੜ ਹੈ। ਤਾਂ ਇਹ ਜਿਹੜੀ ਆਪਸੀ ਲੋੜ ਹੈ, ਆਪਸੀ ਨਿਰਭਰਤਾ ਹੈ, ਇਹ ਕੀ ਕਰਦੀ ਹੈ, ਇਹ ਲੈਣ ਦੇਣ ਨੂੰ ਜਨਮ ਦਿੰਦੀ ਹੈ। ਮਤਲਬ ਆਪਾਂ ਕੋਈ ਚੀਜ਼ਾਂ ਲਵਾਂਗੇ, ਆਪਾਂ ਕੋਈ ਚੀਜ਼ਾਂ ਦੇਵਾਂਗੇ, ਪਰ ਸਮੱਸਿਆ ਇਹ ਹੈ ਵੀ ਅਗਰ ਆਪਾਂ ਅੱਜ ਦੀ ਗੱਲ ਕਰੀਏ, ਅਗਰ ਮੈਂ ਕੋਈ ਚੀਜ਼ ਲੈਣੀ ਹੈ ਤਾਂ ਮੈਂ ਕੀ ਕਰਾਂਗਾ, ਬਾਜ਼ਾਰ ਜਾਵਾਂਗਾ, ਪੈਸੇ ਦੇਵਾਂਗਾ, ਉਹ ਚੀਜ਼ ਕੀ ਕਰਾਂਗਾ, ਲੈ ਲਾਂਗਾ। ਜੇਕਰ ਮੈਂ ਕੋਈ ਚੀਜ਼ ਜਿਹੜੀ ਹੈ ਉਹ ਕਿਸੇ ਨੂੰ ਦੇ ਰਿਹਾ ਤਾਂ ਕੀ ਹੋਏਗਾ, ਚੀਜ਼ ਦੇਵਾਂਗਾ, ਉਹਦੇ ਬਦਲੇ ਮੈਂ ਪੈਸੇ ਲੈ ਲਵਾਂਗਾ। ਯਾਨੀ ਅੱਜ ਦੇ ਜ਼ਮਾਨੇ ਦੇ ਵਿੱਚ ਜਿੰਨੇ ਵੀ ਇਹ ਲੈਣ ਦੇਣ ਨੇ ਉਹ ਪੈਸੇ ਦੇ ਰੂਪ 'ਚ ਹੁੰਦੇ ਨੇ। ਪਰ ਸੋਚੋ ਜਦੋਂ ਪੈਸਾ ਨਹੀਂ ਹੁੰਦਾ ਸੀ ਉਦੋਂ ਇਹ ਲੈਣ ਦੇਣ ਕਿਵੇਂ ਹੁੰਦੇ ਹੋਣਗੇ। ਉਦੋਂ ਇਹ ਲੈਣ ਦੇਣ ਜਿਹੜੇ ਨੇ ਉਹ ਵਸਤੂਆਂ ਦੇ ਰੂਪ ਦੇ ਵਿੱਚ ਹੁੰਦੇ ਸੀ ਵੀ ਇੱਕ ਵਿਅਕਤੀ ਕੋਲ ਜੋ ਵਸਤੂ ਹੁੰਦੀ ਸੀ ਉਹ ਕੀ ਕਰਦਾ ਸੀ, ਉਹ ਵਸਤੂ ਦੂਜੇ ਵਿਅਕਤੀ ਨੂੰ ਦੇ ਦਿੰਦਾ ਸੀ, ਦੂਜੇ ਵਿਅਕਤੀ ਕੋਲ ਜਿਹੜੀ ਵਸਤੂ ਹੁੰਦੀ ਸੀ ਉਹ ਆਪ ਲੈ ਲੈਂਦਾ ਸੀ। ਤਾਂ ਵਸਤੂਆਂ ਦੇ ਰੂਪ 'ਚ ਵਸਤੂਆਂ ਦਾ ਲੈਣ ਦੇਣ ਜਿਹੜਾ ਉਹ ਹੋ ਜਾਂਦਾ ਸੀ। ਕਹਿਣ ਦਾ ਮਤਲਬ ਕੀ ਹੈ ਕਿ ਅਗਰ ਮੰਨ ਲਓ ਕਿ ਇੱਕ ਵਿਅਕਤੀ ਕੋਲ ਚਾਵਲ ਹੈਗੇ ਨੇ, ਉਹ ਕਹਿੰਦਾ ਮੈਨੂੰ ਕਣਕ ਦੀ ਲੋੜ ਹੈ। ਹੁਣ ਚਾਵਲ ਹੈਗੇ ਹੈ, ਕਣਕ ਦੀ ਲੋੜ ਹੈ, ਤਾਂ ਉਹ ਕੀ ਕਰੇਗਾ, ਉਹ ਇਹ ਜਿਹਾ ਵਿਅਕਤੀ ਲੱਭੇਗਾ ਜਿਹਨੂੰ ਕੋਲ ਕੀ ਹੋਣ, ਕਣਕ ਮੌਜੂਦ ਹੋਵੇ, ਕਿਉਂਕਿ ਉਹਨੂੰ ਕਣਕ ਦੀ ਲੋੜ ਹੈ। ਉਹ ਇਹ ਜਿਹਾ ਵਿਅਕਤੀ ਲੱਭੇਗਾ ਜਿੰਦੇ ਕੋਲ ਕਣਕ ਹੋਵੇ, ਉਹ ਕੀ ਕਰੇਗਾ, ਉਹਦੇ ਕੋਲ ਕਣਕ ਲੈ ਲੇਗਾ। ਪਰ ਨਾਲ ਦੇ ਨਾਲ ਕੀ ਹੋਏਗਾ, ਉਹਨੂੰ ਚਾਵਲ ਦੀ ਲੋੜ ਹੋਣੀ ਚਾਹੀਦੀ ਹੈ, ਕਿਉਂਕਿ ਉਹ ਕੀ ਕਰੇਗਾ, ਆਪਦੇ ਚਾਵਲ ਜਿਹੜੇ ਨੇ ਉਹ ਉਸ ਵਿਅਕਤੀ ਨੂੰ ਦੇ ਦੇਗਾ ਤੇ ਉਸ ਵਿਅਕਤੀ ਦੀ ਕਣਕ ਜਿਹੜੀ ਹੈ ਉਹ ਲੈ ਲੇਗਾ। ਤਾਂ ਲੈਣ ਦੇਣ ਆਪਸ ਪੂਰਾ ਹੋ ਜਾਏਗਾ। ਤਾਂ ਜਦੋਂ ਆਪਾਂ ਵਾਸਤਵਿਕ ਪ੍ਰਵਾਹ ਦੀ ਗੱਲ ਕਰਦੇ ਹਾਂ, ਵਾਸਤਵਿਕ ਪ੍ਰਵਾਹ ਦੇ ਵਿੱਚ ਜਿੰਨੇ ਵੀ ਲੈਣ ਦੇਣ ਹੁੰਦੇ ਨੇ ਉਹ ਸਾਰੇ ਦੇ ਸਾਰੇ ਲੈਣ ਦੇਣ ਜਿਹੜੇ ਨੇ ਉਹ ਵਸਤੂਆਂ ਤੇ
ਸੇਵਾਵਾਂ ਦੇ ਰੂਪ ਦੇ ਵਿੱਚ ਹੁੰਦੇ ਨੇ, ਕਿਸੇ ਤਰ੍ਹਾਂ ਦਾ ਕੋਈ ਵੀ ਪੈਸਾ ਇਹਦੇ ਵਿੱਚ ਸ਼ਾਮਿਲ ਨਹੀਂ ਹੁੰਦਾ। ਠੀਕ ਹੋ ਗਿਆ। ਅਗਰ ਆਪਾਂ ਦੂਸਰੇ ਦੀ ਗੱਲ ਕਰੀਏ, ਮੌਦਰਿਕ ਪ੍ਰਵਾਹ, ਉਹਨਾਂ ਦੇ ਨਾਮ ਤੋਂ ਕਲੀਅਰ ਹੈ। ਮੌਦਰਿਕ ਕੀ ਹੁੰਦਾ ਹੈ? ਮੁਦਰਾ ਯਾਨੀ ਕਿ ਪੈਸਾ, ਯਾਨੀ ਇਹਦੇ ਵਿੱਚ ਜਿੰਨੇ ਵੀ ਪ੍ਰਵਾਹ ਚੱਲਣਗੇ, ਜਿੰਨੇ ਵੀ ਲੈਣ ਦੇਣ ਹੋਣਗੇ, ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਮੁਦਰਾ ਦੇ ਰੂਪ ਦੇ ਵਿੱਚ ਹੋਣਗੇ, ਯਾਨੀ ਕਿ ਪੈਸੇ ਦੇ ਰੂਪ ਦੇ ਵਿੱਚ ਹੋਣਗੇ। ਯਾਨੀ ਅਗਰ ਮੇਰੇ ਕੋਲ ਕੋਈ ਚੀਜ਼ ਹੈ, ਮੈਂ ਕਿਸੇ ਹੋਰ ਨੂੰ ਦੇ ਰਿਹਾ, ਮੈਂ ਕੀ ਕਰਾਂਗਾ? ਉਹਦੇ ਕੋਲ ਉਹਦੇ ਬਦਲੇ ਪੈਸੇ ਲੈ ਲਵਾਂਗਾ। ਅਗਰ ਕਿਸੇ ਹੋਰ ਕੋਲ ਕੋਈ ਚੀਜ਼ ਹੈ, ਉਹ ਮੈਨੂੰ ਦੇ ਰਿਹਾ ਤਾਂ ਮੇਰੇ ਕੋਲ ਪੈਸੇ ਲੈ ਲੇਗਾ। ਤਾਂ ਆਪਾਂ ਸਾਰੇ ਲੈਣ ਦੇਣ ਜਿਹੜੇ ਨੇ ਉਹ ਕੀ ਕਰਾਂਗੇ? ਪੈਸੇ ਦੇ ਰੂਪ ਦੇ ਵਿੱਚ ਕਰਾਂਗੇ। ਠੀਕ ਹੈ। ਪਰ ਇਹ ਯਾਦ ਰੱਖਣਾ ਹੈ ਵੀ ਜਿਹੜਾ ਵਾਸਤਵਿਕ ਪ੍ਰਵਾਹ ਤੇ ਮੌਦਰਿਕ ਪ੍ਰਵਾਹ ਹੈ, ਇਹ ਇੱਕ ਦੂਜੇ ਤੋਂ ਵੱਖਰੇ ਨਹੀਂ ਹੈਗੇ, ਇਹ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ। ਕਿਵੇਂ ਜੁੜੇ ਹੋਏ ਨੇ? ਆਪਾਂ ਉਹਨੂੰ ਇੱਕ ਐਗਜ਼ਾਮਪਲ ਦੇ ਨਾਲ ਜਿਹੜਾ ਹੈ ਉਹ ਕਲੀਅਰ ਕਰਾਂਗੇ। ਜਿਸ ਤਰ੍ਹਾਂ ਹੁਣ ਆਪਾਂ ਇਹ ਵਾਸਤਵਿਕ ਪ੍ਰਵਾਹ ਤੇ ਮੌਦਰਿਕ ਪ੍ਰਵਾਹ ਜਿਹੜਾ ਹੈ ਉਹ ਦਿਖਾਣਾ ਹੈ। ਹੁਣ ਸੋਚੋ ਵੀ ਜਿਹੜਾ ਵਾਸਤਵਿਕ ਪ੍ਰਵਾਹ ਤੇ ਮੌਦਰਿਕ ਪ੍ਰਵਾਹ ਹੋਏਗਾ ਉਹ ਕਿੰਦੇ ਚ ਹੋਏਗਾ? ਉਹ ਹੋਏਗਾ ਅਰਥ ਵਿਵਸਥਾ ਦੇ ਜਿਹੜੇ ਵੱਖ-ਵੱਖ ਖੇਤਰ ਨੇ ਉਹਨਾਂ ਦੇ ਵਿੱਚ ਹੋਏਗਾ। ਠੀਕ ਹੈ। ਹੁਣ ਖੇਤਰ ਕਿਹੜੇ ਹੋ ਸਕਦੇ ਹੈ? परिवार खेतर है, उत्पादक खेतर है, सरकार खेतर है, होर संसार खेतर है। ये सारे जिहड़े ने की ने खेतर ने, इन्हां दे विच ही जिहड़ा है वो सारा लेन देन जिहड़ा है वो होएगा। तो आपां की करदे हां, कोई भी दो खेतर दी एग्जांपल आपां ले लैंदे हां। सपोज करो भी पहला जिहड़ा खेतर जिहदी आपां एग्जांपल लैन जा रहे हां वो है अपना परिवार खेतर। तो आपां एक एग्जांपल ले ली परिवार खेतर दी। ठीक है। दूसरा खेतर जिहड़ा आपां एग्जांपल लैन लगे हां वो है अपना उत्पादक खेतर। तो इत्थे आपां उत्पादक खेतर जिहड़ा है उनकी एग्जांपल ले ली। ठीक हो गया। तो हुण ये दो खेतर जिहड़े ने वो आपस दे विच लैन देन करनगे। किवें करनगे? आपां उन्हें एग्जांपल नाल क्लीयर करदे हां। तो हुण की होएगा? पहला आपां वास्तविक प्रवाह दिखावांगे, उस तो बाद आपां मौद्रिक प्रवाह दिखावांगे। सब तो पहला आपां आने आ परिवार खेतर कोल। जिवें आपां गल कर चुके हां पहला भी जिहड़ा परिवार खेतर है इहदे कोल की हुंदा है? परिवार खेतर कोल जिहड़े ने वो हुंदे ने उत्पादन दे साधन। उत्पादन दे साधन किहड़े होणगे? जिहड़े उत्पादन करन दे विच मदद करनगे। हुण उत्पादन किन्ने करना है? उत्पादन करना है उत्पादक खेतर ने। हुण परिवार खेतर कोल की हैगा? इहदे कोल उत्पादन दे साधन ने, पर वो साधन की ने वो एक खेतर की करेगा? उत्पादक खेतर नूं दे देगा, ताकि जिहड़ा उत्पादक खेतर है वो की कर सके? उत्पादन कर सके। तां सब तो पहला जिहड़ा परिवार खेतर है वो की करेगा? वो उत्पादक खेतर नूं अपने सारे दे सारे जिहड़े भी उत्पादन दे साधन हैगे ने वो दे देगा। हुण उत्पादन दे साधन चार हो गए। किहड़ा किहड़ा हो गया? पहला आपां क्या सी? भूमि हुंदा है, दूसरा पूंजी हुंदा है, तीसरा मजदूर हुंदा है, ते चौथा जिहड़ा है वो हुंदा है उद्यम। ठीक है। ਤਾਂ परिवार खेतर ने जिन्ने भी उत्पादन दे साधन ने वो सारे दे सारे उत्पादक खेतर नूं देते कि लो जी आ उत्पादन दे साधन ले लो, तुसी उत्पादक खेतर वाले हो, तां की करो? आदा उत्पादन करना जिहड़ा है वो शुरू कर दियो। हुण उत्पादक खेतर की करेगा? ये सारे दे सारे उत्पादन दे साधन लेके उत्पादन करेगा। हुण उत्पादन करके हुण उत्पादन किस चीज दा होएगा? उत्पादन होएगा दो चीजां दा। एक होणगियां वस्तुआं ते एक होणगियां सेवावां। ਉਹ ਹੁਣ ਕੀ ਕਰੇਗਾ? ਉਹ ਜਿੰਨੀਆਂ ਵੀ ਵਸਤੂਆਂ ਤੇ ਸੇਵਾਵਾਂ ਬਣਾਏਗਾ ਉਹ ਕੀ ਕਰੇਗਾ? ਉਹ ਸਾਰੀਆਂ ਦੀਆਂ ਸਾਰੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਕਿਹਨੂੰ ਦੇ ਦੇਗਾ? ਉਹ ਪਰਿਵਾਰ ਖੇਤਰ ਨੂੰ ਦੇ ਦੇਗਾ। ਯਾਨੀ ਜਿਹੜਾ ਕਿ ਆ ਤੀਰ ਆਏਗਾ ਉਹ ਕਿੱਧਰੋਂ ਆਏਗਾ? ਉਤਪਾਦਕ ਖੇਤਰ ਦੇ ਵੱਲੋਂ ਪਰਿਵਾਰ ਖੇਤਰ ਵੱਲ ਆਏਗਾ। ਪਹਿਲਾਂ ਕਿੱਧਰ ਗਿਆ ਸੀ? ਪਰਿਵਾਰ ਖੇਤਰ ਤੋਂ ਉਤਪਾਦਕ ਖੇਤਰ ਵੱਲ ਗਿਆ ਸੀ। ਹੁਣ ਦੇਖੋ ਕਿ ਜੋ ਮੇਨ ਗੱਲ ਹੈ ਉਹ ਕੀ ਹੈ। ਮੇਨ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਪਰਿਵਾਰ ਖੇਤਰ ਹੈ ਉਹਨੇ ਉਤਪਾਦਕ ਖੇਤਰ ਨੂੰ ਕੀ ਦਿੱਤਾ? ਉਤਪਾਦਨ ਦੇ ਸਾਧਨ ਦਿੱਤੇ। ਠੀਕ ਹੈ। ਹੁਣ ਅਗਰ ਉਹ ਚਾਹੁੰਦਾ ਤਾਂ ਉਤਪਾਦਕ ਖੇਤਰ ਨੂੰ ਇਹ ਕਹਿ ਸਕਦਾ ਸੀ ਕਿ ਮੈਂ ਤੈਨੂੰ ਉਤਪਾਦਨ ਦੇ ਸਾਧਨ ਦਿੱਤੇ ਹੈ, ਉਹਦੇ ਬਦਲੇ ਮੈਨੂੰ ਪੈਸੇ ਦੇ। ਪੈਸੇ ਕਿਵੇਂ ਦੇ? ਜੋ ਮੈਂ ਤੈਨੂੰ ਜ਼ਮੀਨ ਦਿੱਤੀ ਹੈ ਉਹਦੇ ਬਦਲੇ ਲਗਾਨ ਜਾਂ ਕਿਰਾਇਆ ਦੇ ਦੇ। ਜੋ ਪੈਸਾ ਦਿੱਤਾ ਹੈ ਉਹਦੇ ਬਦਲੇ ਵਿਆਜ ਦੇ ਦੇ। ਜੋ ਮਜ਼ਦੂਰ ਦਿੱਤੇ ਨੇ ਉਹਦੇ ਬਦਲੇ ਮਜ਼ਦੂਰੀ ਦੇ ਦੇ। ਉਹਦੇ ਬਦਲੇ ਉਦਮ ਬਦਲੇ ਕੀ ਕਰਦੇ? ਲਾਭ ਦੇ ਦੇ। ਪਰ ਜੇ ਆਪਾਂ ਲਗਾਨ ਹੈ, ਵਿਆਜ ਹੈ, ਮਜ਼ਦੂਰੀ ਹੈ, ठीक है, जो भी किराया है, अगर आप लेना है तो किंदे विच लेना होएगा?
ਪੈਸੇ ਦੇ ਵਿੱਚ, ਪਰ ਪੈਸੇ ਤਾਂ ਹੈ ਨਹੀਂ। ਤਾਂ ਹੁਣ ਉਤਪਾਦਕ ਖੇਤਰ ਕਹੇਗਾ ਕਿ ਮੈਂ ਤੇਰੇ ਕੋਲ ਉਤਪਾਦਨ ਦੇ ਸਾਧਨ ਲਏ ਨੇ, ਉਹਦੇ ਨਾਲ ਮੈਂ ਉਤਪਾਦਨ ਕਰਾਇਆ ਹੈ, ਤਾਂ ਆਪਾਂ ਕੀ ਕਰਦੇ ਆ, ਜੋ ਮੈਂ ਉਤਪਾਦਨ ਕਰਾਇਆ ਉਹ ਸਾਰੇ ਦਾ ਸਾਰਾ ਉਤਪਾਦਨ ਤੂੰ ਲੈ ਲੈ। ਮਤਲਬ ਹੁਣ ਕੀ ਹੋਇਆ ਕਿ ਪਰਿਵਾਰ ਖੇਤਰ ਨੇ ਇਹਨੂੰ ਕੀ ਕੀਤਾ, ਉਤਪਾਦਨ ਦੇ ਸਾਧਨ ਦਿੱਤੇ, ਇਹਦੇ ਬਦਲੇ ਉਹਨੇ ਪੈਸੇ ਨਹੀਂ ਲਏ। ਪੈਸੇ ਨਹੀਂ ਲਏ ਮਤਲਬ ਮੁਦਰਾ ਨਹੀਂ ਲਈ। ਇਹਨੇ ਕੀ ਕੀਤਾ, ਇਹਨੂੰ ਸਾਰੀਆਂ ਤੇ ਸਾਰੀਆਂ ਵਸਤੂਆਂ ਤੇ ਸੇਵਾਵਾਂ ਦੇਤੀਆਂ, ਇਹਨੇ ਇਹਦੇ ਕੋਲੋਂ ਪੈਸੇ ਨਹੀਂ ਲਏ। ਯਾਨੀ ਦੋਨੋਂ ਖੇਤਰਾਂ ਦੇ ਵਿੱਚ ਕੀ ਹੋਇਆ, ਲੈਣ ਦੇਣ ਵੀ ਹੋ ਗਿਆ। ਕਿੰਦੇ ਵਿੱਚ ਹੋਇਆ, ਵਸਤੂਆਂ ਦੇ ਵਿੱਚ ਹੋਇਆ, ਸੇਵਾਵਾਂ ਦੇ ਵਿੱਚ ਹੋਇਆ, ਤੇ ਜਿਹੜੇ ਉਤਪਾਦਨ ਦੇ ਸਾਧਨ ਨੇ ਉਹਨਾਂ ਦੇ ਵਿੱਚ ਹੋਇਆ। ਪਰ ਇੱਕ ਖੇਤਰ ਨੇ ਦੂਜੇ ਖੇਤਰ ਤੋਂ ਇਹ ਲੈਣ ਦੇਣ ਜਿਹੜੇ ਨੇ ਉਹ ਮੁਦਰਾ ਦੇ ਰੂਪ ਦੇ ਵਿੱਚ ਨਹੀਂ ਕੀਤੇ। ਸਾਰੇ ਲੈਣ ਦੇਣ ਜਿਹੜੇ ਨੇ ਉਹ ਵਸਤੂਆਂ ਤੇ ਸੇਵਾਵਾਂ ਦੇ ਰੂਪ ਦੇ ਵਿੱਚ ਹੋ ਗਏ। ਤਾਂ ਇਹਨੂੰ ਆਪਾਂ ਕਵਾਂਗੇ ਵਾਸਤਵਿਕ ਪ੍ਰਵਾਹ। ਠੀਕ ਹੋ ਗਿਆ। ਵਾਸਤਵਿਕ ਪ੍ਰਵਾਹ ਕੀ ਹੋਇਆ, ਸਾਰੇ ਲੈਣ ਦੇਣ ਹੋਣਗੇ, ਪ੍ਰਵਾਹ ਹੋਣਗੇ ਇੱਕ ਖੇਤਰ ਤੋਂ ਦੂਜੇ ਖੇਤਰ ਦੇ ਵੱਲ, ਪਰ ਕੋਈ ਵੀ ਖੇਤਰ ਦੂਜੇ ਖੇਤਰ ਤੋਂ ਕਿਸੇ ਵੀ ਤਰ੍ਹਾਂ ਦਾ ਪੈਸਾ ਜਿਹੜਾ ਹੈ ਉਹ ਨਹੀਂ ਲਏਗਾ। ਕਿਉਂ ਨਹੀਂ ਲਏਗਾ, ਕਿਉਂਕਿ ਪੈਸਾ ਹੈ ਹੀ ਨਹੀਂ ਸੀ ਉਦੋਂ। ਠੀਕ ਹੈ। ਹੁਣ ਆਪਾਂ ਆ ਜਾਂਦੇ ਆ ਆਪਣੇ ਦੂਸਰੇ ਪ੍ਰਵਾਹ ਦੇ ਉੱਪਰ, ਜਿਹਨੂੰ ਆਪਾਂ ਕਹਿੰਦੇ ਆ ਮੌਦਰਿਕ ਪ੍ਰਵਾਹ। ਹੁਣ ਆਪਾਂ ਮੌਦਰਿਕ ਪ੍ਰਵਾਹ ਜਿਹੜਾ ਹੈ ਉਹ ਕਿਵੇਂ ਦਿਖਾਣਾ ਹੈ, ਅਗਰ ਆਪਾਂ ਮੌਦਰਿਕ ਪ੍ਰਵਾਹ ਦਿਖਾਣਾ ਹੈ ਉਹਦੇ ਵਾਸਤੇ ਫਿਰ ਆਪਾਂ ਕੀ ਕਰਦੇ ਆ, ਆਪਾਂ ਦੋ ਖੇਤਰਾਂ ਦੀ ਐਗਜ਼ਾਮਪਲ ਲੈ ਲੈਂਦੇ ਆ। ਇੱਕ ਆਪਣਾ ਪਰਿਵਾਰ ਖੇਤਰ ਹੈ, ਇੱਕ ਆਪਣਾ ਉਤਪਾਦਕ ਖੇਤਰ ਹੈ। ਦੁਬਾਰਾ ਉਹੀ ਦੋ ਖੇਤਰ ਆ ਗਏ ਜਿਨ੍ਹਾਂ ਦੀ ਆਪਾਂ ਐਗਜ਼ਾਮਪਲ ਲਈ ਹੈ। ਹੁਣ ਕੀ ਹੋਏਗਾ, ਜਦੋਂ ਆਪਾਂ ਮੌਦਰਿਕ ਪ੍ਰਵਾਹ ਦੀ ਗੱਲ ਕਰਾਂਗੇ ਨੰਬਰ 2 ਦੇ ਉੱਪਰ, ਤਾਂ ਉਹਦੇ ਵਾਸਤੇ ਇੱਕ ਚੀਜ਼ ਧਿਆਨ ਰੱਖਣੀ ਹੈ ਕਿ ਬਿਨਾਂ ਵਾਸਤਵਿਕ ਪ੍ਰਵਾਹ ਤੋਂ ਮੌਦਰਿਕ ਪ੍ਰਵਾਹ ਜਿਹੜੇ ਨੇ ਉਹ ਨਹੀਂ ਹੋਣਗੇ। ਕਿਉਂ, ਅਗਰ ਆਪਾਂ ਕਿਸੇ ਵੀ ਵਿਅਕਤੀ ਤੋਂ ਜਾਂ ਕਿਸੇ ਵੀ ਸੰਸਥਾ ਤੋਂ ਕੋਈ ਆਪਾਂ ਚੀਜ਼ ਲੈ ਰਹੇ ਹਾਂ, ਕੋਈ ਵਸਤੂ ਲੈ ਰਹੇ ਹਾਂ, ਕੋਈ ਸੇਵਾ ਲੈ ਰਹੇ ਹਾਂ, ਉਹਦੇ ਬਾਅਦ ਹੀ ਮੁਦਰਾ ਦੇਾਂਗੇ। ਐਵੇਂ ਸਿੱਧਾ ਥੋੜੀ ਆਪਾਂ ਕਹਾਂਗੇ ਐਂ ਕਰ ਮੇਰੇ ਕੋਲ 500 ਦਾ ਨੋਟ ਹੈਗਾ, ਤੂੰ ਮੇਰੇ ਕੋਲ 500 ਦਾ ਨੋਟ ਲੈ ਲੈ ਤੇ 100 ਦੇ 500 ਨੋਟ ਦੇ ਦੇ, ਆਪਣਾ ਲੈਣ ਦੇਣ ਹੋ ਗਿਆ। ਇੱਕ ਆਦੇ ਲੈਣ ਦੇਣ ਹੋਏ, ਠੀਕ ਹੈ ਨਾ, ਵੀ 500 ਰੁਪਇਆ ਨਕਦ ਫੜਾਤਾ ਇਕੱਠਾ, ਉਹਦੇ ਬਦਲੇ 100 ਰੁਪਏ ਦੇ 5 ਨੋਟ ਲੈ ਲੇ, ਇੱਕ ਹੀ ਹਿਸਾਬ ਤਾਂ ਹੋਇਆ। ਤਾਂ ਜਦੋਂ ਵੀ ਮੌਦਰਿਕ ਪ੍ਰਵਾਹ ਹੋਣਗੇ ਉਸ ਤੋਂ ਪਹਿਲਾਂ ਕੀ ਹੋਏਗਾ, ਵਾਸਤਵਿਕ ਪ੍ਰਵਾਹ ਜਿਹੜੇ ਨੇ ਉਹ ਹੋਇਆ ਕਰਨਗੇ। ਠੀਕ ਹੋ ਗਿਆ। ਤਾਂ ਪਹਿਲਾਂ ਆਪਾਂ ਕੀ ਕਰਾਂਗੇ, ਵਾਸਤਵਿਕ ਪ੍ਰਵਾਹ ਹੁਣ ਆਪਾਂ ਇੱਥੇ ਬਣਾਉਣਾ ਨਹੀਂ ਹੈਗਾ। ਕਿਉਂ ਨਹੀਂ ਬਣਾਉਣਾ, ਕਿਉਂਕਿ ਆਪਾਂ ਕੀ ਦਿਖਾਣਾ ਚਾਹੁੰਦੇ ਆ, ਆਪਾਂ ਮੌਦਰਿਕ ਪ੍ਰਵਾਹ ਜਿਹੜਾ ਹੈ ਉਹ ਦਿਖਾਣਾ ਚਾਹੁੰਦੇ ਆ। ਤਾਂ ਮੌਦਰਿਕ ਪ੍ਰਵਾਹ ਵਾਸਤੇ ਆਪਾਂ ਕੀ ਕਰਾਂਗੇ, ਜੋ ਚੀਜ਼ ਦਿਮਾਗ ਦੇ ਵਿੱਚ ਰੱਖਾਂਗੇ ਉਹ ਹੋਏਗਾ ਆਪਣਾ ਵਾਸਤਵਿਕ ਪ੍ਰਵਾਹ। ਮਤਲਬ ਵਾਸਤਵਿਕ ਪ੍ਰਵਾਹ ਦਿਮਾਗ ਵਿੱਚ ਰੱਖਣਾ ਹੈ। ਬਣਾਉਣਾ ਕੀ ਹੈ, ਮੌਦਰਿਕ ਪ੍ਰਵਾਹ ਬਣਾਉਣਾ ਹੈ। ਤਾਂ ਸਭ ਤੋਂ ਪਹਿਲਾਂ ਕੀ ਹੋਏਗਾ, ਪਰਿਵਾਰ ਖੇਤਰ ਜਿਹੜਾ ਹੈ ਉਹ ਆਪਣੀਆਂ ਸਾਧਨ ਸੇਵਾਵਾਂ ਜਿਹੜੀਆਂ ਨੇ ਉਹ ਉਤਪਾਦਕ ਖੇਤਰ ਨੂੰ ਦੇ ਦੇਗਾ। ਹੁਣ ਵਾਸਤਵਿਕ ਪ੍ਰਵਾਹ ਹੋ ਗਿਆ, ਪਰ ਮੈਂ ਇਹਨੂੰ ਬਣਾਉਂਗਾ ਨਹੀਂ, ਦਿਮਾਗ 'ਚ ਰੱਖਾਂਗਾ। ਤਾਂ ਸਭ ਤੋਂ ਪਹਿਲਾਂ ਪਰਿਵਾਰ ਖੇਤਰ ਨੇ ਉਤਪਾਦਨ ਦੇ ਸਾਧਨ ਕਿਹੜੇ ਹੋ ਗਏ, ਭੂਮੀ ਹੋ ਗਈ, ਪੂੰਜੀ ਹੋ ਗਿਆ, ਮਜ਼ਦੂਰ ਹੋ ਗਿਆ, ਉਦਮ ਹੋ ਗਿਆ। ਇਹ ਸਾਰੇ ਜਿਹੜੇ ਨੇ ਇਹ ਕਿਹਨੂੰ ਦੇਤੇ, ਇਹ ਉਤਪਾਦਕ ਖੇਤਰ ਜਿਹੜਾ ਹੈ ਉਹਨੂੰ ਦੇਤੇ। ਠੀਕ ਹੋ ਗਿਆ। ਉਹਦੇ ਬਦਲੇ ਉਤਪਾਦਕ ਖੇਤਰ ਨੂੰ ਇਹ ਕਿਹਾ ਗਿਆ ਵੀ ਅਸੀਂ ਤੈਨੂੰ ਇਹ ਸਾਰੇ ਦੇ ਸਾਰੇ ਉਤਪਾਦਨ ਦੇ ਸਾਧਨ ਦਿੱਤੇ ਨੇ, ਭੂਮੀ ਦਿੱਤੀ ਹੈ, ਪੂੰਜੀ ਦਿੱਤੀ ਹੈ, ਮਜ਼ਦੂਰ ਦਿੱਤੇ ਹੈ, ਉਦਮ ਦਿੱਤੇ ਹੈ, ਉਹਦੇ ਬਦਲੇ ਪੈਸੇ ਦੇ, ਮੌਦਰਿਕ ਪ੍ਰਵਾਹ ਹੈ ਪੈਸੇ ਦੇ। ਤਾਂ ਉਤਪਾਦਕ ਖੇਤਰ ਕੀ ਕਰੇਗਾ, ਇਹਨਾਂ ਸਾਰੇ ਜਿਹੜੇ ਉਤਪਾਦਨ ਦੇ ਸਾਧਨ ਨੇ ਇਹਨਾਂ ਬਦਲੇ ਉਹ ਕੀ ਕਰੇਗਾ, ਪਰਿਵਾਰ ਖੇਤਰ ਨੂੰ ਸਾਧਨ ਆਮਦਨ ਜਿਹੜੀ ਹੈ ਉਹ ਪ੍ਰਦਾਨ ਕਰਵਾਏਗਾ। ਸਾਧਨ ਆਮਦਨ ਮਤਲਬ ਉਤਪਾਦਨ ਦੇ ਸਾਧਨਾਂ ਦੀ ਆਮਦਨ। ਮਤਲਬ ਜੇ ਉਤਪਾਦਨ ਦੇ ਸਾਧਨ ਲਏ ਗਏ ਨੇ ਤਾਂ ਉਹਨਾਂ ਦੇ ਬਦਲੇ ਉਹਨਾਂ ਨੂੰ ਕੀ ਦਿੱਤੀ ਜਾਏਗੀ, ਆਮਦਨ ਦਿੱਤੀ ਜਾਏਗੀ। ਹੁਣ ਉਤਪਾਦਨ ਦੇ ਸਾਧਨ ਕਿੰਨੇ ਲਏ ਸੀ, 4, ਤਾਂ ਫਿਰ ਸਾਧਨ ਆਮਦਨ ਵੀ ਕਿੰਨੀ ਤਰ੍ਹਾਂ ਦੀ ਹੋਏਗੀ, 4 ਤਰ੍ਹਾਂ ਦੀ। ਕਿਹੜੇ ਹੋਣਗੇ, ਜੇ ਤਾਂ ਜ਼ਮੀਨ ਲਈ ਹੈ ਤਾਂ ਜ਼ਮੀਨ ਦੇ ਬਦਲੇ ਕੀ ਦਿੱਤਾ ਜਾਏਗਾ, ਲਗਾਨ। ਜੇ ਮਜ਼ਦੂਰ ਲਏ ਨੇ ਤਾਂ ਕੀ ਦਿੱਤਾ ਜਾਏਗਾ, ਮਜ਼ਦੂਰੀ। ਠੀਕ ਹੈ। ਜੇ ਪੈਸਾ ਲਿਆ ਤਾਂ ਕੀ ਦਿੱਤਾ ਜਾਏਗਾ, ਵਿਆਜ। ਤੇ ਬਾਕੀ ਜੋ ਬਚ ਜਾਏਗਾ ਉਹ ਕੀ ਹੋ ਜਾਏਗਾ, ਉਹ ਉਦਮਕਰਤਾ ਦਾ ਲਾਭ ਜਿਹੜਾ ਹੈ ਉਹ ਹੋ ਜਾਏਗਾ। ਤਾਂ ਪਹਿਲਾਂ ਕੀ ਹੋਇਆ, ਪਰਿਵਾਰ ਖੇਤਰ ਤੋਂ ਉਤਪਾਦਕ ਖੇਤਰ ਦੇ ਵੱਲ ਕੀ ਹੋਇਆ, ਵਾਸਤਵਿਕ ਪ੍ਰਵਾਹ ਹੋਇਆ। ਹੁਣ ਕੀ ਹੋਇਆ, ਉਤਪਾਦਕ ਖੇਤਰ ਨੇ ਉਹਦੇ ਬਦਲੇ ਪਰਿਵਾਰ ਖੇਤਰ ਨੂੰ ਪੈਸਾ ਦੇ ਦਿੱਤਾ ਮਤਲਬ ਮੌਦਰਿਕ ਪ੍ਰਵਾਹ ਜਿਹੜੇ ਨੇ ਉਹ ਆ ਗਏ। ਹੁਣ ਕੀ ਹੋਏਗਾ,
ਹੁਣ ਦੂਜੀ ਸਟੇਜ ਦੇ ਵਿੱਚ ਕੀ ਹੋਏਗਾ ਵੀ ਜਿਹੜਾ ਉਤਪਾਦਕ ਖੇਤਰ ਹੈ ਇਹਦੇ ਕੋਲ ਕੀ ਹੋ ਗਿਆ, ਵਸਤੂਆਂ ਆ ਗਈਆਂ। ਇਹਨੇ ਕੀ ਕਰਨਾ ਹੈ, ਉਹ ਸਾਰੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਕੀ ਕਰਨੀਆਂ ਨੇ, ਉਹ ਪਰਿਵਾਰ ਖੇਤਰ ਨੂੰ ਦੇ ਦੇਣੀਆਂ ਨੇ ਕਿ ਲੋ ਜੀ ਤੁਸੀਂ ਮੈਨੂੰ ਜਿਹੜਾ ਆਪਣੀਆਂ ਸਾਧਨ ਸੇਵਾਵਾਂ ਦਿੱਤੀਆਂ ਸੀ, ਉਤਪਾਦਨ ਦੇ ਸਾਧਨ ਦਿੱਤੇ ਸੀ, ਮੈਂ ਉਹਦੇ ਨਾਲ ਇੰਨੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਬਣਾਈਆਂ ਨੇ, ਤਾਂ ਮੇਰੇ ਕੋਲ ਵਸਤੂਆਂ ਹੈਗੀਆਂ ਨੇ। ਤੁਸੀਂ ਪਰਿਵਾਰ ਖੇਤਰ ਵਾਲੇ ਹੋ, ਤੁਸੀਂ ਉਹਨਾਂ ਵਸਤੂਆਂ ਤੇ ਸੇਵਾਵਾਂ ਦੀ ਵਰਤੋਂ ਕਰਨੀ ਹੈ, ਤਾਂ ਮੈਂ ਤੁਹਾਨੂੰ ਕੀ ਕਰ ਰਿਹਾ, ਉਹ ਵਸਤੂਆਂ ਤੇ ਸੇਵਾਵਾਂ ਦੇ ਰਿਹਾ। ਤਾਂ ਹੁਣ ਕੀ ਹੋਏਗਾ, ਜਿਹੜਾ ਉਤਪਾਦਕ ਖੇਤਰ ਹੈ ਉਹ ਸਾਰੀਆਂ ਵਸਤੂਆਂ ਤੇ ਸੇਵਾਵਾਂ ਕੀ ਕਰੇਗਾ, ਪਰਿਵਾਰ ਖੇਤਰ ਨੂੰ ਜਿਹੜਾ ਹੈ ਉਹ ਦੇ ਦੇਗਾ। ਉਹ ਤਾਂ ਵਾਸਤਵਿਕ ਪ੍ਰਵਾਹ ਹੈ, ਆਪਾਂ ਨਹੀਂ ਦਿਖਾ ਰਹੇ। ਹੁਣ ਪਰਿਵਾਰ ਖੇਤਰ ਨੇ ਕੀ ਕੀਤਾ, ਉਹ ਸਾਰੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਉਤਪਾਦਕ ਖੇਤਰ ਤੋਂ ਲੈ ਲਈਆਂ। ਹੁਣ ਪਰਿਵਾਰ ਖੇਤਰ ਕੀ ਕਰੇਗਾ, ਉਹਨਾਂ ਸਾਰੀਆਂ ਵਸਤੂਆਂ ਤੇ ਸੇਵਾਵਾਂ ਦਾ ਕੀ ਕਰੇਗਾ, ਉਪਭੋਗ ਕਰੇਗਾ। ਉਪਭੋਗ ਕਰੇਗਾ ਮਤਲਬ ਉਹਨਾਂ ਸਾਰੀਆਂ ਵਸਤੂਆਂ ਤੇ ਸੇਵਾਵਾਂ ਦੀ ਵਰਤੋਂ ਕਰੇਗਾ। ਜੇ ਵਰਤੋਂ ਕਰੇਗਾ ਤਾਂ ਉਹਦੇ ਬਦਲੇ ਕੀ ਹੋਏਗਾ, ਉਪਭੋਗ ਕਰੇਗਾ। ਹੁਣ ਵਸਤੂਆਂ ਤੇ ਸੇਵਾਵਾਂ ਲਈਆਂ, ਉਹਦੇ ਬਦਲੇ ਕੀ ਦੇਣਾ ਪਏਗਾ, ਪੈਸੇ ਦੇਣੇ ਪੈਣਗੇ ਨਾ। ਤਾਂ ਪੈਸੇ ਨੂੰ ਆਪਾਂ ਕੀ ਕਵਾਂਗੇ, ਆਪਾਂ ਨੂੰ ਕਹਾਂਗੇ ਉਪਭੋਗ ਖਰਚ। क्योंकि ਜਿਹੜਾ ਪਰਿਵਾਰ ਖੇਤਰ ਹੈ ਉਹਦਾ ਕੰਮ ਹੈ ਵਸਤੂਆਂ ਤੇ ਸੇਵਾਵਾਂ ਦਾ ਉਪਭੋਗ ਕਰਨਾ, ਤਾਂ ਉਪਭੋਗ ਦੇ ਉੱਪਰ ਜੋ ਖਰਚਾ ਕੀਤਾ ਜਾਏਗਾ ਉਹ ਹੋ ਜਾਏਗਾ ਉਪਭੋਗ ਖਰਚ। ਯਾਨੀ ਇਹ ਉਤਪਾਦਕ ਖੇਤਰ ਪਰਿਵਾਰ ਖੇਤਰ ਨੂੰ ਕਹੇਗਾ ਕਿ ਜਦੋਂ ਮੈਂ ਤੇਰੇ ਕੋਲ ਸਾਧਨ ਸੇਵਾਵਾਂ ਲਈਆਂ ਸੀ, ਉਹਦੇ ਬਦਲੇ ਮੈਂ ਤੈਨੂੰ ਪੈਸੇ ਦਿੱਤੇ, ਹੁਣ ਮੈਂ ਤੈਨੂੰ ਵਸਤੂਆਂ ਤੇ ਸੇਵਾਵਾਂ ਦੇ ਰਿਹਾ, ਉਹਦੇ ਬਦਲੇ ਮੈਨੂੰ ਪੈਸੇ ਦੇ ਦੇ, ਤਾਂ ਉਹ ਕੀ ਕਰੇਗਾ, ਇਹਨੂੰ ਪੈਸੇ ਦੇ ਦੇਗਾ, ਤਾਂ ਉਹ ਕੀ ਹੋ ਜਾਏਗਾ, ਉਪਭੋਗ ਖਰਚ ਜਿਹੜਾ ਹੈ ਉਹ ਹੋ ਜਾਏਗਾ। ਗੱਲ ਕਲੀਅਰ ਹੋਗੀ। ਤਾਂ ਹੁਣ ਆਪਾਂ ਐਸੇ ਹੀ ਚੀਜ਼ ਨੂੰ ਕੀ ਕਰਦੇ ਆ, ਇਕੱਠਾ ਜਿਹੜਾ ਹੈ ਉਹ ਦਿਖਾ ਦਿੰਨੇ ਆ। ਯਾਨੀ ਇੱਕੋ ਹੀ ਡਾਇਗਰਾਮ ਦੇ ਵਿੱਚ ਆਪਾਂ ਕੀ ਕਰਦੇ ਆ, ਵਾਸਤਵਿਕ ਪ੍ਰਵਾਹ ਵੀ ਦਿਖਾਵਾਂਗੇ ਤੇ ਨਾਲ ਦੇ ਨਾਲ ਮੌਦਰਿਕ ਪ੍ਰਵਾਹ ਜਿਹੜੇ ਨੇ ਉਹ ਵੀ ਦਿਖਾਵਾਂਗੇ। ਤਾਂ ਆਪਾਂ ਆਪਣੀ ਦੋ ਖੇਤਰੀ ਅਰਥ ਵਿਵਸਥਾ ਦੀ ਐਗਜ਼ਾਮਪਲ ਜਿਹੜੀ ਹੈ ਉਹ ਲੈ ਲੈਂਦੇ ਆ। ਸਭ ਤੋਂ ਪਹਿਲਾਂ ਕੀ ਹੋਏਗਾ, ਇੱਧਰ ਆਪਣੇ ਕੋਲ ਪਰਿਵਾਰ ਖੇਤਰ ਆਏਗਾ, ਇੱਧਰ ਜਿਹੜਾ ਹੈ ਉਹ ਆਪਣੇ ਕੋਲ ਉਤਪਾਦਕ ਖੇਤਰ ਆਏਗਾ। ਤਾਂ ਇੱਕ ਪਾਸੇ ਪਰਿਵਾਰ ਖੇਤਰ ਆ ਗਿਆ, ਇੱਕ ਪਾਸੇ ਉਤਪਾਦਕ ਖੇਤਰ ਆ ਗਿਆ। ਸਭ ਤੋਂ ਪਹਿਲਾਂ ਪਰਿਵਾਰ ਖੇਤਰ ਨੇ ਕੀ ਕੀਤਾ, ਜਿਹੜਾ ਉਤਪਾਦਕ ਖੇਤਰ ਹੈ ਇਹਨੂੰ ਕੀ ਕੀਤਾ, ਇਹਨੂੰ ਦਿੱਤੀਆਂ ਸਾਧਨ ਸੇਵਾਵਾਂ। ਤਾਂ ਸਾਧਨ ਸੇਵਾਵਾਂ ਕੀ ਦਿੱਤੀਆਂ ਹੋਣਗੀਆਂ, ਉਹੀ ਗੱਲ, ਭੂਮੀ ਹੈ, ਨੰਬਰ 2 ਪੂੰਜੀ ਹੈ, ਨੰਬਰ 3 ਮਜ਼ਦੂਰ ਹੈ ਤੇ ਨੰਬਰ 4 ਉਦਮ ਜਿਹੜਾ ਹੈ ਉਹ ਹੋ ਜਾਇਆ ਕਰਦਾ ਹੈ। ਤਾਂ ਅਗਰ ਇਹ ਸਾਰੀਆਂ ਸਾਧਨ ਸੇਵਾਵਾਂ ਨੇ ਤੇ ਇਹ ਕਿਹੜੇ ਪ੍ਰਵਾਹ ਨੇ, ਇਹ ਸਾਰੇ ਦੇ ਸਾਰੇ ਵਾਸਤਵਿਕ ਪ੍ਰਵਾਹ ਜਿਹੜੇ ਨੇ ਉਹ ਹੋ ਜਾਂਦੇ ਨੇ, ਕਿਉਂਕਿ ਉਹਨੇ ਕੀ ਕੀਤਾ ਹੈ, ਉਤਪਾਦਨ ਦੇ ਸਾਧਨ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਉਤਪਾਦਕ ਖੇਤਰ ਨੂੰ ਦਿੱਤੀਆਂ ਨੇ। ਉਹਦੇ ਬਦਲੇ ਕੀ ਹੋਏਗਾ, ਹੁਣ ਦੇਖੋ ਜੋ ਬਲੈਕ ਕਲਰ ਨਾਲ ਚੱਲ ਰਿਹਾ ਹੈ ਉਹ ਵਾਸਤਵਿਕ ਪ੍ਰਵਾਹ ਹੈ, ਜੋ ਰੈੱਡ ਕਲਰ ਨਾਲ ਚੱਲੇਗਾ ਉਹ ਮੌਦਰਿਕ ਪ੍ਰਵਾਹ ਹੋਏਗਾ। ਉਹਦੇ ਬਦਲੇ ਜਿਹੜਾ ਉਤਪਾਦਕ ਖੇਤਰ ਹੈ ਉਹ ਕਹਿੰਦਾ ਹੈ ਕਿ ਮੈਂ ਤੁਹਾਡੇ ਕੋਲ ਇਹ ਸਾਰੀਆਂ ਉਤਪਾਦਨ ਦੀਆਂ ਜਿਹੜੀਆਂ ਸੇਵਾਵਾਂ ਲਈਆਂ, ਉਹਦੇ ਬਦਲੇ ਮੈਂ ਤੁਹਾਨੂੰ ਕੀ ਕਰ ਰਿਹਾ, ਉਹਦੇ ਬਦਲੇ ਮੈਂ ਤੁਹਾਨੂੰ ਸਾਧਨ ਆਮਦਨ ਜਿਹੜੀ ਹੈ ਉਹ ਪ੍ਰਦਾਨ ਕਰਵਾ ਰਿਹਾ। ਹੁਣ ਜਿਹੜੀ ਸਾਧਨ ਆਮਦਨ ਹੈ ਉਹ ਕਿਵੇਂ ਪ੍ਰਦਾਨ ਕਰਵਾਈ ਜਾਏਗੀ, ਜਿਹੜਾ ਭੂਮੀ ਹੈ ਉਹਦੇ ਬਦਲੇ ਲਗਾਨ ਹੋ ਜਾਏਗਾ, ਜਿਹੜਾ ਪੂੰਜੀ ਹੈ ਉਹਦੇ ਬਦਲੇ ਵਿਆਜ ਹੋ ਜਾਏਗਾ, ਜਿਹੜਾ ਮਜ਼ਦੂਰ ਹੈ ਉਹਨੂੰ ਆਪਾਂ ਮਜ਼ਦੂਰੀ ਦਵਾ ਦੇਾਂਗੇ ਤੇ ਉਦਮ ਨੂੰ ਆਪਾਂ ਕੀ ਕਰ ਦੇਾਂਗੇ, ਲਾਭ ਜਿਹੜਾ ਹੈ ਉਹ ਦਵਾ ਦੇਾਂਗੇ। ਯਾਨੀ ਇਹ ਕੀ ਹੋ ਜਾਣਗੇ, ਲਗਾਨ ਹੈ, ਵਿਆਜ ਹੈ, ਮਜ਼ਦੂਰੀ ਹੈ, ਲਾਭ ਹੈ, ਇਹ ਕੀ ਹੋ ਜਾਏਗਾ, ਇਹ ਹੋ ਜਾਏਗਾ ਮੌਦਰਿਕ ਪ੍ਰਵਾਹ। ਯਾਨੀ ਪਰਿਵਾਰ ਖੇਤਰ ਨੇ ਕੀ ਕੀਤਾ, ਵਾਸਤਵਿਕ ਪ੍ਰਵਾਹ ਕੀਤਾ, ਉਹਦੇ ਬਦਲੇ ਜਿਹੜਾ ਉਤਪਾਦਕ ਖੇਤਰ ਹੈ ਉਹਨੇ ਕੀ ਕਰਤਾ, ਉਹਨੇ ਉਹਦੇ ਬਦਲੇ ਮੌਦਰਿਕ ਪ੍ਰਵਾਹ ਜਿਹੜਾ ਹੈ ਉਹ ਕਰ ਦਿੱਤਾ। ਹੁਣ ਕੀ ਹੋਏਗਾ, ਹੁਣ ਉਸ ਤੋਂ ਬਾਅਦ ਜਿਹੜਾ ਉਤਪਾਦਕ ਖੇਤਰ ਹੈ ਉਹ ਕੀ ਕਰੇਗਾ, ਕਿਉਂਕਿ ਉਹਦੇ ਕੋਲ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਮੌਜੂਦ ਨੇ, ਤਾਂ ਉਹਨੇ ਉਹ ਸਾਰੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਕਿਹਨੂੰ ਦੇ ਦੇਣੀਆਂ ਨੇ, ਉਹ ਵਸਤੂਆਂ ਅਤੇ ਸੇਵਾਵਾਂ ਜਿਹੜੀਆਂ ਨੇ ਉਹਨੇ ਪਰਿਵਾਰ ਖੇਤਰ ਨੂੰ ਦੇ ਦੇਣੀਆਂ ਨੇ ਕਿ ਮੇਰੇ ਕੋਲ ਵਸਤੂਆਂ ਤੇ ਸੇਵਾਵਾਂ ਹੈਗੀਆਂ ਨੇ, ਤੂੰ ਇਹ ਸਾਰੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਮੇਰੇ ਕੋਲ ਲੈ ਲੈ, ਕਿਉਂਕਿ ਮੈਂ ਤਾਂ ਉਤਪਾਦਨ ਕੀਤਾ ਹੈ। ਉਤਪਾਦਨ ਕਿੰਦੇ ਵਾਸਤੇ ਕੀਤਾ ਹੈ, ਤੇਰੇ ਵਾਸਤੇ ਕੀਤਾ ਹੈ, ਕਿਉਂਕਿ ਆਪਣੇ ਦੋਵਾਂ ਤੋਂ ਇਲਾਵਾ ਤੀਜਾ ਤਾਂ ਕੋਈ ਖੇਤਰ ਹੀ ਨਹੀਂ ਹੈਗਾ। ਤਾਂ ਜੋ ਮੈਂ ਵਸਤੂਆਂ ਤੇ ਸੇਵਾਵਾਂ ਬਣਾ ਰਿਹਾ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਉਹ ਮੈਂ ਤੇਰੇ ਵਾਸਤੇ ਬਣਾ ਰਿਹਾ। ਤਾਂ ਉਹ ਕੀ ਕਰੇਗਾ, ਆਪਣੇ ਸਾਰੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਇਹਨੂੰ ਦੇ ਦੇਗਾ।
ਉਹਦੇ ਬਦਲੇ ਜਿਹੜਾ ਪਰਿਵਾਰ ਖੇਤਰ ਹੈ ਹੁਣ ਉਹਨੂੰ ਕੀ ਕਰਨਾ ਪਏਗਾ, ਜਿਹੜਾ ਉਤਪਾਦਕ ਖੇਤਰ ਹੈ ਉਹਨੂੰ ਕੀ ਕਰਨੇ ਪੈਣਗੇ, ਪੈਸੇ ਦੇਣੇ ਪੈਣਗੇ। ਕਿਸ ਰੂਪ ਦੇ ਵਿੱਚ ਦੇਣੇ ਪੈਣਗੇ, ਉਪਭੋਗ ਖਰਚ ਦੇ ਰੂਪ ਵਿੱਚ ਜਿਹੜਾ ਹੈ ਉਹ ਦੇਣੇ ਪੈਣਗੇ। ਠੀਕ ਹੈ, ਗੱਲ ਕਲੀਅਰ ਹੋਗੀ ਵੀ ਜਿਸ ਪਹਿਲਾਂ ਕੀ ਹੋਇਆ, ਇਹਨੇ ਜਿਹੜਾ ਪਰਿਵਾਰ ਖੇਤਰ ਹੈ ਇਹਨੇ ਕੀ ਕੀਤਾ, ਇਹਨੇ ਕੀਤਾ ਵਾਸਤਵਿਕ ਪ੍ਰਵਾਹ, ਉਹਦੇ ਬਦਲੇ ਉਤਪਾਦਕ ਖੇਤਰ ਨੇ ਕੀਤਾ ਮੌਦਰਿਕ ਪ੍ਰਵਾਹ। ਫਿਰ ਕੀ ਹੋਇਆ, ਉਤਪਾਦਕ ਖੇਤਰ ਨੇ ਕੀਤਾ ਵਾਸਤਵਿਕ ਪ੍ਰਵਾਹ ਤੇ ਪਰਿਵਾਰ ਖੇਤਰ ਨੇ ਕੀਤਾ ਮੌਦਰਿਕ ਪ੍ਰਵਾਹ। ਯਾਨੀ ਹਰੇਕ ਇੱਕ ਜਿਹੜਾ ਪ੍ਰਵਾਹ ਹੈ ਉਹਦੇ ਬਦਲੇ, ਉਹਦੇ ਮੁਕਾਬਲੇ ਵਿੱਚ ਕੀ ਹੋਏਗਾ, ਦੂਜੇ ਖੇਤਰ ਦਾ ਵਾਸਤਵਿਕ ਪ੍ਰਵਾਹ ਹੋਏਗਾ ਤਾਂ ਅਗਲੇ ਖੇਤਰ ਦਾ ਕੀ ਹੋਏਗਾ, ਜਿਹੜਾ ਮੌਦਰਿਕ ਪ੍ਰਵਾਹ ਜਿਹੜਾ ਹੈ ਉਹ ਹੋਏਗਾ। ਗੱਲ ਕਲੀਅਰ ਹੋਗੀ। ਤਾਂ ਇਹ ਹੈ ਆਪਣਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ, ਜਿੰਦੇ ਵਿੱਚ ਆਪਾਂ ਮੌਦਰਿਕ ਪ੍ਰਵਾਹ ਵੀ ਦਿਖਾਏ ਤੇ ਨਾਲ ਦੇ ਨਾਲ ਆਪਾਂ ਵਾਸਤਵਿਕ ਪ੍ਰਵਾਹ ਜਿਹੜੇ ਨੇ ਉਹ ਵੀ ਆਪਾਂ ਦਿਖਾ ਦਿੱਤੇ। ਹੁਣ ਅਗਰ ਆਪਾਂ ਇੱਕ ਚੀਜ਼ ਨੋਟ ਕਰੀਏ ਤਾਂ ਉੱਥੋਂ ਆਪਾਂ ਨੂੰ ਕੀ ਰਿਜ਼ਲਟ ਮਿਲਦੇ ਨੇ, ਉਹ ਰਿਜ਼ਲਟ ਇਹ ਨੇ ਕਿ ਆਪਾਂ ਹੁਣ ਅਗਰ ਇਸ ਚੀਜ਼ ਨੂੰ ਜਿਹੜਾ ਉਹ ਆਪਾਂ ਦੁਬਾਰਾ ਬਣਾਈਏ ਤਾਂ ਉਹਦੇ ਤੋਂ ਥੋੜੇ ਆਪਾਂ ਕਨਕਲੂਜਨ ਜਿਹੜੇ ਨੇ ਆਪਾਂ ਹੋਰ ਨਿਕਾਲ ਸਕਦੇ ਹਾਂ। ਉਹ ਕਨਕਲੂਜਨ ਕੀ ਨਿਕਲੇ, ਦੇਖੋ ਸਭ ਤੋਂ ਪਹਿਲਾਂ ਆਪਾਂ ਇੱਥੇ ਕੀ ਕੀਤਾ, ਦੋ ਖੇਤਰ ਜਿਹੜੇ ਨੇ ਉਹ ਬਣਾਏ। ਪਹਿਲਾਂ ਆਪਾਂ ਕੀ ਬਣਾਇਆ, ਪਰਿਵਾਰ ਖੇਤਰ, ਦੂਸਰਾ ਆਪਾਂ ਇੱਥੇ ਕੀ ਬਣਾਇਆ, ਆਪਣਾ ਉਤਪਾਦਕ ਖੇਤਰ। ਇਹ ਦੋ ਖੇਤਰ ਜਿਹੜੇ ਨੇ ਉਹ ਆਪਾਂ ਬਣਾਤੇ। ਠੀਕ ਹੈ, ਹੁਣ ਕੀ ਹੋਇਆ, ਸਭ ਤੋਂ ਪਹਿਲਾਂ ਇਧਰੋਂ ਇਧਰ ਕੀ ਗਈਆਂ, ਇਧਰ ਗਈਆਂ ਆਪਣੀਆਂ ਸਾਧਨ ਸੇਵਾਵਾਂ, ਯਾਨੀ ਕਿ ਉਤਪਾਦਨ ਦੇ ਸਾਧਨ। ਠੀਕ ਹੈ, ਇਧਰੋਂ ਉਤਪਾਦਨ ਦੇ ਸਾਧਨ ਗਏ ਤਾਂ ਉਹਦੇ ਬਦਲੇ ਉਤਪਾਦਕ ਖੇਤਰ ਤੋਂ ਪਰਿਵਾਰ ਖੇਤਰ ਵੱਲ ਕੀ ਆਈ, ਉਧਰੋਂ ਆਈ ਸਾਧਨ ਆਮਦਨ। ਠੀਕ ਹੈ, ਜੋ ਰੈੱਡ ਕਲਰ ਨਾਲ ਚੱਲ ਰਿਹਾ ਹੈ ਉਹ ਮੌਦਰਿਕ ਪ੍ਰਵਾਹ ਹੈ, ਇਹ ਯਾਦ ਰੱਖਣਾ ਹੈ। ਫਿਰ ਕੀ ਹੋਇਆ, ਉਤਪਾਦਕ ਖੇਤਰ ਤੋਂ ਪਰਿਵਾਰ ਖੇਤਰ ਦੇ ਵੱਲ ਕੀ ਆਈਆਂ, ਉਹ ਆਈਆਂ ਵਸਤੂਆਂ ਅਤੇ ਸੇਵਾਵਾਂ। ਠੀਕ ਹੈ, ਉਹਦੇ ਬਦਲੇ ਜਿਹੜਾ ਪਰਿਵਾਰ ਖੇਤਰ ਹੈ ਉਹਨੇ ਕੀ ਕੀਤਾ, ਉਹਨੇ ਉਹਦੇ ਬਦਲੇ ਜਿਹੜਾ ਹੈ ਉਹ ਦੇਤਾ ਉਪਭੋਗ ਖਰਚ, ਤਾਂ ਉਹਨੇ ਬਦਲੇ ਉਪਭੋਗ ਖਰਚ ਕਰਤਾ। ਠੀਕ ਹੈ, ਹੁਣ ਇਹਦੇ ਤੋਂ ਨਤੀਜਾ ਕੀ ਨਿਕਲਿਆ, ਨਤੀਜਾ ਨੰਬਰ 1 ਜਿਹੜਾ ਇਥੋਂ ਨਿਕਲਿਆ ਉਹ ਇਹ ਨਿਕਲਿਆ ਕਿ ਅਗਰ ਆਪਾਂ ਜਿਹੜਾ ਪਰਿਵਾਰ ਖੇਤਰ ਹੈ, ਠੀਕ ਹੈ, ਪਰਿਵਾਰ ਖੇਤਰ ਦਾ ਵਾਸਤਵਿਕ ਪ੍ਰਵਾਹ, ਯਾਨੀ ਪਰਿਵਾਰ ਖੇਤਰ ਨੇ ਹੁਣ ਕੀ ਵਾਸਤਵਿਕ ਪ੍ਰਵਾਹ ਕੀਤਾ ਹੈ, ਉਹਨੇ ਕੀਤਾ ਹੈ ਸਾਧਨ ਸੇਵਾਵਾਂ ਦਾ। ਹੁਣ ਜਿੰਨੀਆਂ ਸਾਧਨ ਸੇਵਾਵਾਂ ਪਰਿਵਾਰ ਖੇਤਰ ਜਿਹੜਾ ਹੈ ਉਹ ਉਤਪਾਦਕ ਖੇਤਰ ਨੂੰ ਦੇਗਾ, ਉਤਪਾਦਕ ਖੇਤਰ ਉਹਦੇ ਬਦਲੇ ਉਨੇ ਹੀ ਪੈਸੇ ਦੇਗਾ ਵੀ ਜਿੰਨੇ ਇਹਦੇ ਕੋਲ ਮਜ਼ਦੂਰ, ਜਿੰਨੀ ਜ਼ਮੀਨ, ਜਿੰਨਾ ਪੈਸਾ, ਜਿੰਨੇ ਉਦਮ ਲਏਗਾ ਉਸ ਹਿਸਾਬ ਤੇ ਪੈਸੇ ਦੇਵੇਗਾ ਨਾ, ਜ਼ਿਆਦਾ ਥੋੜੀ ਦੇਵੇਗਾ। ਯਾਨੀ ਹੁਣ ਕੀ ਹੋਏਗਾ, ਇਹਦੇ ਬਦਲੇ ਕੀ ਹੋਏਗਾ, ਜਿਹੜਾ ਬਰਾਬਰ ਕੀ ਹੋਏਗਾ, ਬਰਾਬਰ ਹੋਏਗਾ ਉਤਪਾਦਕ ਖੇਤਰ ਦਾ ਮੌਦਰਿਕ ਪ੍ਰਵਾਹ। यानी जिन्ना वास्तविक प्रवाह की करेगा परिवार खेतर करेगा, उत्पादक खेतर उन्ना ही मौद्रिक प्रवाह करेगा। यानी जिन्नियां साधन सेवावां लेगा उनके बदले उन्नी ही साधन आमदन देगा, ज्यादा नहीं देगा, ना ही घट देगा। फिर की होएगा, अगर आप नंबर 2 ते आ जाइए तो नंबर 2 ते अगर आप देखिए कि जिहड़ा भी अपना उत्पादक खेतर है, उत्पादक खेतर दा जिहड़ा वास्तविक प्रवाह होएगा। ਹੁਣ ਉਤਪਾਦਕ ਖੇਤਰ ਦਾ ਵਾਸਤਵਿਕ ਪ੍ਰਵਾਹ ਕੀ ਹੈ ਵੀ ਜੋ ਉਹ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਇਹਨੂੰ ਦੇ ਰਿਹਾ ਉਹ ਕਿੰਨੇ ਬਰਾਬਰ ਹੋਏਗਾ, ਉਹ ਹੋਏਗਾ ਪਰਿਵਾਰ ਖੇਤਰ ਦਾ ਮੌਦਰਿਕ ਪ੍ਰਵਾਹ। ਠੀਕ ਹੈ, ਤਾਂ ਇਹ ਹੋ ਜਾਏਗਾ ਪਰਿਵਾਰ ਖੇਤਰ ਦਾ ਮੌਦਰਿਕ ਪ੍ਰਵਾਹ। ਯਾਨੀ ਹੁਣ ਜਿਹੜਾ ਉਤਪਾਦਕ ਖੇਤਰ ਹੈ ਉਹ ਜਿੰਨੀਆਂ ਵਸਤੂਆਂ ਤੇ ਸੇਵਾਵਾਂ ਪਰਿਵਾਰ ਖੇਤਰ ਨੂੰ ਦੇਗਾ ਉਨੇ ਹੀ ਪੈਸੇ ਉਪਭੋਗ ਖਰਚ ਦੇ ਰੂਪ ਦੇ ਵਿੱਚ ਇਹ ਪਰਿਵਾਰ ਖੇਤਰ ਜਿਹੜਾ ਉਹ ਉਤਪਾਦਕ ਖੇਤਰ ਨੂੰ ਦੇ ਦੇਗਾ। ਮਤਲਬ ਜੇ ਉਤਪਾਦਕ ਖੇਤਰ ਇਹਨੂੰ 100 ਰੁਪਏ ਦੀਆਂ ਵਸਤੂਆਂ ਤੇ ਸੇਵਾਵਾਂ ਦੇਗਾ ਤਾਂ ਪਰਿਵਾਰ ਖੇਤਰ ਉਹਦੇ ਬਦਲੇ 100 ਰੁਪਏ ਦੇਗਾ, 200 ਨਹੀਂ ਦੇਣ ਵਾਲਾ। ਯਾਨੀ ਕੀ ਹੋਏਗਾ, ਇੱਕ ਖੇਤਰ ਦਾ ਵਾਸਤਵਿਕ ਪ੍ਰਵਾਹ ਦੂਜੇ ਖੇਤਰ ਦੇ ਮੌਦਰਿਕ ਪ੍ਰਵਾਹ ਦੇ ਬਰਾਬਰ ਜਿਹੜਾ ਹੈ ਉਹ ਹੋਇਆ ਕਰਦਾ ਹੈ। ਤਾਂ ਇਹ ਦੋਨਾਂ ਦੇ ਵਿੱਚ ਜਿਹੜਾ ਹੈ ਉਹ ਕਨੈਕਸ਼ਨ ਹੈ। ਤਾਂ ਹੀ ਮੈਂ ਕਿਹਾ ਸੀ ਵੀ ਜਿਹੜਾ ਵਾਸਤਵਿਕ ਪ੍ਰਵਾਹ ਤੇ ਮੌਦਰਿਕ ਪ੍ਰਵਾਹ ਨੇ ਉਹ ਅਲੱਗ-ਅਲੱਗ ਨਹੀਂ ਹੈਗੇ, ਉਹ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ। ਹਰੇਕ ਵਾਸਤਵਿਕ ਪ੍ਰਵਾਹ ਦੇ ਮੁਕਾਬਲੇ ਕੀ ਹੁੰਦਾ ਹੈ, ਮੌਦਰਿਕ ਪ੍ਰਵਾਹ ਜਿਹੜਾ ਹੈ ਉਹ ਹੋਇਆ ਕਰਦਾ ਹੈ। ਨਾਓ ਇਟਸ ਕਲੀਅਰ। ਤਾਂ ਹੁਣ ਆਪਾਂ ਚੱਲਦੇ ਹਾਂ ਕਿ ਆਪਣੇ ਕੋਲ ਜਿਹੜੇ ਅਲੱਗ-ਅਲੱਗ ਖੇਤਰ ਨੇ, यानी परिवार खेतर है, उत्पादक खेतर है, ठीक है, उन्हां सारिਆਂ ਦੇ ਵਿੱਚ ਆਪਾਂ ਕੀ ਕਰਨਾ ਹੈ, ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਜਿਹੜਾ ਹੈ ਉਹ ਦਿਖਾਣਾ ਹੈ। ਤਾਂ ਆਪਾਂ ਜੈਸੇ ਕੀ ਕਰਦੇ ਹਾਂ, ਇੱਕ ਦੋ
ਖੇਤਰੀ ਅਰਥ ਵਿਵਸਥਾ ਜਿਹੜੀ ਹੈ ਉਹਦੀ ਆਪਾਂ ਐਗਜ਼ਾਮਪਲ ਜਿਹੜੀ ਹੈ ਉਹ ਲੈ ਲੈਂਦੇ ਆ ਵੀ ਜਿਹੜੀ ਆਪਣੀ ਅਰਥ ਵਿਵਸਥਾ ਹੈ ਉਹਦੇ ਚ ਕਿੰਨੇ ਖੇਤਰ ਨੇ? 2 ਖੇਤਰ ਨੇ, 2 ਹੀ ਲੈਣੇ ਨੇ, ਜ਼ਿਆਦਾ ਨਹੀਂ ਲੈਣੇ। ਠੀਕ, ਤਾਂ ਹੁਣ ਉਹ 2 ਖੇਤਰ ਕਿਹੜੇ ਨੇ? अगर आप ये बनाना चाहते हाँ तो उनके वास्ते अपन की करना पड़ेगा, कुछ मानतावां जड़ियां ने वो लेनिया पैणगियां। मतलब आपां नू कोई ना कोई चीज़ां जड़ियां ने वो मन के चलनिया पैणगियां भी आ चीज़ां पहला तो स्टैंड कर दियां ने। सब तो पहली मानता जड़ी है वो आप लेके चलांगे, क्योंकि आप 2 खेतरी अर्थव्यवस्था मॉडल लेके चल रहे हैं, तब मन के चलांगे कि अर्थव्यवस्था विच 2 ही खेतर हन। ठीक है, 2 ही खेतर ने जो कि किहड़े ने? जो कि परिवार खेतर अते उत्पादक खेतर ने। हुण मैं क्यों लिखा? मैं इस करके लिखा क्योंकि देखो आपा ए तां कहता भी अर्थव्यवस्था दे विच 2 खेतर ने। हुण 2 खेतर तां कोई मर्जी हो सकदे सी, ਉਹ ਤਾਂ ਪਰਿਵਾਰ ਖੇਤਰ ਤੇ ਸਰਕਾਰ ਵੀ ਹੋ ਸਕਦੇ ਸੀ, ਜਾਂ ਉਹ ਸਰਕਾਰ ਦੇ ਹੋਰ ਸੰਸਾਰ ਵੀ ਹੋ ਸਕਦੇ ਸੀ, ਉਹ ਉਤਪਾਦਕ ਤੇ ਸਰਕਾਰ ਵੀ ਹੋ ਸਕਦੇ ਸੀ, ਕੁਝ ਵੀ ਹੋ ਸਕਦਾ ਸੀ। ਤਾਂ ਆਪਾਂ ਨੂੰ ਪਹਿਲਾਂ ਤੋਂ ਮੰਨ ਕੇ ਚੱਲਣਾ ਪਏਗਾ ਵੀ ਜਿਹੜੇ 2 ਖੇਤਰ ਨੇ ਉਹ ਕਿਹੜੇ ਨੇ। ਤਾਂ ਆਪਾਂ ਕਹਿੰਦਾ ਵੀ ਇੱਕ ਖੇਤਰ ਜਿਹੜਾ ਹੈ ਉਹ ਪਰਿਵਾਰ ਹੈ, ਇੱਕ ਜਿਹੜਾ ਕਿਹੜਾ ਹੈ ਉਹ ਉਤਪਾਦਕ ਖੇਤਰ ਹੈ। ਨੰਬਰ 2 ਹੁਣ ਆਪਾਂ ਮੰਨ ਕੇ ਕੀ ਚੱਲਾਂਗੇ ਵੀ ਸਰਕਾਰ ਨਹੀਂ ਹੈਗੀ, ਤਾਂ ਆਪਾਂ ਮੰਨ ਕੇ ਚੱਲਾਂਗੇ ਕਿ ਇੱਕ ਤਾਂ ਸਰਕਾਰ ਖੇਤਰ ਨਾਲ ਨਾਲ ਕੀ ਹੋਏਗਾ? ਸਰਕਾਰ ਖੇਤਰ ਦੀ ਅਣਹੋਂਦ ਜਿਹੜੀ ਹੈ ਉਹ ਪਾਈ ਜਾਂਦੀ ਹੈ। ਠੀਕ ਹੈ, ਵੀ ਸਰਕਾਰ ਖੇਤਰ ਜਿਹੜਾ ਹੈ ਉਹ ਨਹੀਂ ਹੈਗਾ। ਤੀਸਰਾ ਚੀਜ਼ ਆਪਾਂ ਕੀ ਮੰਨ ਕੇ ਚੱਲ ਰਹੇ ਹਾਂ ਵੀ ਹੋਰ ਸੰਸਾਰ ਵੀ ਨਹੀਂ ਹੈਗਾ, ਤਾਂ ਆਪਾਂ ਕੀ ਕਰਾਂਗੇ? ਆਪਾਂ ਮੰਨ ਕੇ ਚੱਲਾਂਗੇ ਵੀ ਜਿਹੜੀ ਅਰਥ ਵਿਵਸਥਾ ਹੈ ਉਹ ਕੀ ਹੈ? ਉਹ ਬੰਦ ਹੈ। अर्थव्यवस्था बंद बंद की होएगा? देखो 2 तरह दी अर्थव्यवस्थावां हुंदियां ने, एक हुंदियां ने बंद, एक हुंदियां ने खुलियां। बंद की होएगा? तो समझ लो बंद कमरा है भी ना तो कोई चीज अंदर आने लगी है ते ना कोई चीज बाहर जाने लगी है। अंदर आना मतलब ना तो आयात होणगे, बाहर जाना मतलब ना तो निर्यात होणगे। तां ना आयात हुंदे ना निर्यात हुंदे उन्होंने आपां की कहने आ? बंद अर्थव्यवस्था। एक हुंदी है उन्होंने आपां कहने आ खुली अर्थव्यवस्था, मतलब खुले दरवाजे ने, कोई चीज अंदर भी आएगी मतलब आयात भी होंगे, तो कोई चीज बाहर भी जाएगी मतलब निर्यात भी होंगे। पर आपां हुण आयात निर्यात किहदे नाल करांगे? दूजे देशां नाल करांगे ना, होर संसार नाल करांगे ना। तो आपां मन के चलदे पिया होर संसार है ही नहीं, अर्थव्यवस्था की है? बंद है, मतलब साडा दूजे देशां नाल किसी तरह का कोई भी आयात ते निर्यात जिहड़ा है वो नहीं हैगा। चौथी चीज आप मान के चलांगे कि सारी आमदन जिन्नी भी हुंदी है उन्होंने की कर दिता जाता है? खर्च कर दिती जाती है। मतलब अपने कोल कोई भी पैसा जिहड़ा है वो बचा के नहीं रखा जाता। मतलब हुण देखो आप पैसे बचा के रखांगे, किथे रखांगे? बैंकां 'च रखांगे ना, या बीमा कंपनियां नूं दे देंगे, या डाकखाने जमा करा देंगे। तो आप मान के चलते पिया भी इस तरह के कोई बैंक, कोई बीमा कंपनियां, कोई डाकखाने लोकी इन्हां 'च कोई पैसा जमा नहीं करांदे। जिन्ना पैसा आंदा है सारा दा सारा जिहड़ा है वो खर्च कर दिंदे ने। तो हुण इन्हां दे आधार ते आपां की करांगे? आपां 2 खेतरां दे किहड़े-किहड़े परिवार खेतर ते उत्पादक खेतर जिहड़े ने उन्हां च आपां लेन देन जिहड़ा है वो दिखावांगे। किवें दिखावांगे? जिवें आपां हुणे विखाया सी, बस जो हुणे बनाया सी ओही डायग्राम जिहड़ी है वो आपां दोबारा जिहड़ी है वो बनाने लगे हां। तां उहदे वास्ते आपां की करांगे? वापस इत्थे की ले लांगे? आपां इत्थे ले लांगे परिवार खेतर। ठीक है, इधर आपां ले लांगे अपना दूसरा खेतर जिन्हों आपां नाम देंगे अपना उत्पादक खेतर। ठीक है, हुण आपां की करना है? सिर्फ मौद्रिक प्रवाह दिखाने ने, वास्तविक नहीं दिखाने। वास्तविक दिमाग चलने चाहिए ने पर दिखाने नहीं हैगे। ताकि होगा सब तो पहला जिहड़ा परिवार खेतर है वो की करेगा? आदियां साधन सेवावां जिहड़ियां ने वो उत्पादक खेतर नूं दे देगा, वास्तविक प्रवाह हो गया। उनके बदले जिहड़ा उत्पादक खेतर है वो की करेगा? वो परिवार खेतर नूं की प्रदान करवाएगा? उन्हां उत्पादन दे साधना दे बदले दिती जाने वाली आमदन, यानी कि साधन आमदन। साधन आमदन किवें दिती जाएगी? वो दिती जाएगी लगान दे रूप दे विच, नंबर 2 ब्याज दे रूप दे विच, नंबर 3 जिहड़ा है मजदूरी दे रूप दे विच, ते नंबर 4 जिहड़ा है वो लाभ दे रूप दे विच। हुण जिहड़ा
परिवार खेतर है उनके कोल की हो गया, उनके कोल पैसे आ गए तो हुणे की करेगा, हुण एक उत्पादक खेतर कोलों सारियां वस्तुआं ते सेवावां खरीदेगा। तो हुण उत्पादक खेतर ने की कीता, वो वस्तुआं ते सेवावां जड़ियां ने वो परिवार खेतर नूं देतियां, परिवार खेतर ने वो वस्तुआं ते सेवावां खरीदियां, उन्हां दा उपभोग कीता तां की कीता, उनदे बदले उपभोग खर्च जड़ा है वो की करता, वो उत्पादक खेतर नूं जड़ा है वो प्रदान करवाता। ठीक है, तो हुण इहदे तो आपां एक बड़ा इंपॉर्टेंट कंक्लूजन जड़ा है वो आपां निकाल सकते हैं। वो कंक्लूजन की है कि सपोज करो भी जदों परिवार खेतर ने उत्पादक खेतर नूं अपनियां साधन सेवावां दित्तियां, ठीक हो गया, तो उनदे नाल की होएगा, जिहड़ा उत्पादक खेतर है वो चीज़ां दा उत्पादन करेगा। मान लो आपां कहने आ भी जिहड़ियां भी वस्तुआं ते सेवावां उत्पादक खेतर ने बनाइया, वो बनाइया 100 रुपए दियां, यानी हुण आपां इत्थे कंक्लूजन की निकालांगे, आपां निकालांगे उत्पादन, तां उत्पादन किन्ने दा होया, 100 रुपए दा। जे उत्पादन 100 रुपए दा होया है तां उनदे बदले उत्पादक खेतर की करेगा, एदा जिहड़ा परिवार खेतर है एनू साधन आमदन देवेगा। हुण किन्नी देगा, जे चीज़ां 100 रुपए दियां बनियां ने तां पैसे भी 100 रुपए ही दित्ते जाणगे। हुण इत्थे कन्फ्यूजन, ਤੁਸੀਂ ਕਹੋਗੇ ਵੀ ਜੇ 100 ਰੁਪਏ ਦੀਆਂ ਚੀਜ਼ਾਂ ਬਣਾ ਕੇ 100 ਰੁਪਏ ਹੀ ਦੇ ਦੇਣੇ ਨੇ ਤਾਂ ਫਿਰ ਇਹਨੂੰ ਕੀ ਫਾਇਦਾ ਹੋਇਆ, ਬਿਲਕੁਲ ਹੋਇਆ। ਕਿਹੜਾ ਆ ਜਿਹੜਾ ਲਾਭ ਪਿਆ ਉਹ ਤਾਂ ਉਤਪਾਦਕ ਦਾ ਹੀ ਹੈ। ਜਦੋਂ ਉਹ ਲਾਭ ਕਮਾਏਗਾ ਤਾਂ ਉਹ ਲਾਭ ਨੂੰ ਖਰਚ ਕਰੇਗਾ ਤਾਂ ਉਦੋਂ ਕੀ ਹੋ ਜਾਏਗਾ, ਉਹ ਪਰਿਵਾਰ ਖੇਤਰ ਬਣ ਜਾਏਗਾ। ਕਿਉਂਕਿ ਆਪਾਂ ਪਹਿਲਾਂ ਕਿਹਾ ਸੀ ਕਿ ਉਤਪਾਦਕ ਪਰਿਵਾਰ ਐਵੇਂ ਕੁਝ ਨਹੀਂ ਹੁੰਦਾ, ਇਹ ਡਿਪੈਂਡ ਕਰਦਾ ਵੀ ਆਪਾਂ ਕੀ ਕੰਮ ਕਰਦੇ ਪਏ ਆ। ਜਦੋਂ ਤੋਂ ਮੁਕੇਸ਼ ਅੰਬਾਨੀ ਉਤਪਾਦਨ ਕਰ ਰਿਹਾ ਹੈ ਨਾ, ਉਦੋਂ ਤਾਂ ਉਤਪਾਦਕ ਹੈ, पर जदों मुकेश अंबानी किसी चीज की वरतों करता है तो उदों क्यों बन जाता है, उदों परिवार बन जाता है। तो मुकेश अंबानी ने की किया, लाभ कमाया, लाभ कमा के किथे खर्च करूगा, वो खर्च करेगा इत्थे आके परिवार खेतर दे विच जिहड़ा है वो आके। गल क्लीयर होगी। तो हुण जिहड़ा उत्पादन है वो 100 रुपए का होएगा, तो उनके बदले जिहड़ा उत्पादक खेतर है वो की करेगा, उत्पादन दे साधनां नूं 100 रुपए दे देगा। किवें, लगान, ब्याज, मजदूरी ते लाभ दे विच वंड के। जिवें वो कहंदा ही करदे आ 20 रुपए लगान नूं दे दिंदे आ, 30 रुपए ब्याज नूं दे दिंदे आ, ठीक है, 40 रुपए जिहड़ा है वो मजदूरी दे दिंदे आ, ठीक है। तो 40 मजदूर नूं देते, 30 रुपए ब्याज देती, 70, 20 रुपए लगान देते, 90, तो 10 रुपए की हो गया, मेरा लाभ हो गया। तब की होया, जिहड़े उत्पादन दे साधन ने उन्होंने आमदन कितनी हुई, 100 रुपए दी। हुण इहदे कोल आ गए 100 रुपए, तो परिवार खेतर कोल मौजूद ने 100 रुपए। हुण उत्पादक खेतर जिहड़ा है उनदे कोल की है 100 रुपए दियां वस्तुआं ने, ते परिवार खेतर की है उनदे कोल 100 रुपए ने। तो हुण परिवार खेतर की कहेगा, उत्पादक खेतर नूं कहेगा कि मैनू ना वो 100 रुपए दियां वस्तुआं जिहड़ियां ने वो तू दे दे। तो उत्पादक खेतर की करेगा, वो 100 रुपए दियां वस्तुआं परिवार खेतर नूं दे देगा। अगर परिवार खेतर 100 रुपए दियां वस्तुआं खरीदेगा तो उनके बदले जिहड़ा उत्पादक खेतर है उन्होंने कितने रुपये देगा, 100 रुपए। यानी जिहड़ा खर्चा होएगा वो भी कितना होएगा, 100 रुपए। तो हमेशा याद रखना कि एक अर्थव्यवस्था दे विच उत्पादन, आमदन ते खर्चा हमेशा बराबर हुंदे ने। ਇਹ ਕਦੋਂ ਲੋੜ ਪਏਗੀ, ਜਦੋਂ ਆਪਾਂ ਰਾਸ਼ਟਰੀ ਆਮਦਨ ਕਰਾਂਗੇ, ਉਦੋਂ ਆਪਾਂ ਰਾਸ਼ਟਰੀ ਆਮਦਨ ਨੂੰ ਮਾਪਣ ਦੀਆਂ 3 ਵਿਧੀਆਂ ਕਰਾਂਗੇ, ਆਮਦਨ ਵਿਧੀ, ਉਤਪਾਦਨ ਵਿਧੀ, ਖਰਚ ਵਿਧੀ। आमदन, उत्पादन ते खर्च, आपा आंसर जिहड़ी मर्जी विधि नाल लगा लीए, आंसर अपना सेम ही आएगा। ठीक हो गया। तो ये सी दो खेतरी अर्थव्यवस्था जिंदे विच आपां की कीता, सारे दे सारे लेन देन जिहड़े ने वो दिखाए किंदे विच, परिवार खेतर ते उत्पादक खेतर दे नाल। हुण भी आपां की करदे आ, एक एग्जांपल होर लैने हां, वो भी अपनी दो खेतरी अर्थव्यवस्था ही है, पर हुण आपां की करांगे, उनदे विच आपां एक होर खेतर ऐड कर देंगे, वित्ती खेतर। वित्ती खेतर मतलब बैंक, ठीक है। बैंक की होणगे, हुण बैंक आ जाएंगे। हुण आपां सिर्फ जिहड़ियां पिछे मानतावां लईआं सी उनदे सिर्फ एक मानता नहीं लैनी भी जिन्ने पैसे वो कमांदा है वो सारे दे सारे जिहड़ा है खर्च कर दिंदा है। आपां एवें नहीं करदे, आपां जिन्ने पैसे कमांदे आ थोड़े बहुते पैसे आपां बचा भी लैने आ, तो बचा के आपां कित्थे रखांगे, वित्ती खेतर दे विच। हुण की होएगा, हुण आपां इत्थे एक बनावांगे, सब तो पहला किहड़ा खेतर, परिवार खेतर। इधर आपां बनावांगे कि अपना दूसरा खेतर जिहड़ा की है उत्पादक खेतर।
ठीक है। ਤਾਂ ਉਵੇਂ ਸਭ ਤੋਂ ਪਹਿਲਾਂ ਕੀ ਹੋਏਗਾ ਵਾਸਤਵਿਕ ਪ੍ਰਵਾਹ ਚ ਕੀ ਹੋਏਗਾ ਪਰਿਵਾਰ ਖੇਤਰ ਆਪਣੀਆਂ ਸਾਧਨ ਸੇਵਾਵਾਂ ਜਿਹੜੀਆਂ ਨੇ ਇਹਨੂੰ ਦੇਗਾ। ਉਹਦੇ ਬਦਲੇ ਜਿਹੜਾ ਉਤਪਾਦਕ ਖੇਤਰ ਹੈ ਉਹ ਕੀ ਕਰੇਗਾ ਉਹ ਪਰਿਵਾਰ ਖੇਤਰ ਨੂੰ ਕੀ ਦੇ ਦੇਗਾ ਸਾਧਨ ਆਮਦਨ ਦੇ ਦੇਗਾ। ਸਾਧਨ ਆਮਦਨ ਦੇਤੀ। ਹੁਣ ਨਾਲ ਦੇ ਨਾਲ ਕੀ ਹੋਏਗਾ ਜਿਹੜਾ ਉਤਪਾਦਕ ਖੇਤਰ ਹੈ ਉਹ ਪਰਿਵਾਰ ਖੇਤਰ ਨੂੰ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਵੀ ਦੇ ਦੇਗਾ। ਉਹਦੇ ਬਦਲੇ ਜਿਹੜਾ ਪਰਿਵਾਰ ਖੇਤਰ ਹੈ ਉਹ ਕੀ ਕਰੇਗਾ ਉਹ ਉਤਪਾਦਕ ਖੇਤਰ ਨੂੰ ਕੀ ਕਰੇਗਾ ਉਪਭੋਗ ਖਰਚ ਕਰੇਗਾ। ਠੀਕ ਹੈ। ਪਰ ਹੁਣ ਇੱਥੇ ਕੀ ਹੋਏਗਾ ਆਪਣਾ ਤੀਸਰਾ ਖੇਤਰ ਜਿਹੜਾ ਉਹ ਆ ਕੇ ਕੰਮ ਕਰੇਗਾ ਇੱਥੇ ਉਹ ਕੀ ਹੋਏਗਾ ਉਹ ਹੋਏਗਾ ਆਪਣਾ ਵਿੱਤੀ ਖੇਤਰ। ਵਿੱਤੀ ਖੇਤਰ ਚ ਕੀ ਆਏਗਾ ਆਪਣੇ ਬੈਂਕ ਆ ਜਾਣਗੇ ਬੀਮਾ ਕੰਪਨੀਆਂ ਆ ਜਾਣਗੀਆਂ ਡਾਕਖਾਨੇ ਆ ਜਾਣਗੇ ਉਹ ਆ ਜਾਣਗੇ। ਯਾਨੀ ਹੁਣ ਕੀ ਹੋਏਗਾ ਜਿੰਨੇ ਪੈਸੇ ਉਤਪਾਦਕ ਖੇਤਰ ਜਿਹੜਾ ਹੈ ਉਹ ਪਰਿਵਾਰ ਖੇਤਰ ਨੂੰ ਦੇਵੇਗਾ। ਠੀਕ ਹੈ। ਮੰਨ ਲਓ ਇਹਨੇ 100 ਰੁਪਏ ਦਿੱਤੇ ਇਹ ਸਾਰੀਆਂ ਦੀਆਂ ਸਾਰੀਆਂ ਵਸਤੂਆਂ ਤੇ ਸੇਵਾਵਾਂ ਜਿਹੜੀਆਂ ਨੇ ਉਹ ਨਹੀਂ ਖਰੀਦੇਗਾ ਕੁਝ ਪੈਸੇ ਆਦੇ ਕੋਲ ਬਚਾ ਕੇ ਰੱਖ ਲੇਗਾ। ਉਹ ਪੈਸੇ ਬਚਾ ਕੇ ਉਹ ਕੀ ਕਰੇਗਾ ਉਹ ਰੱਖ ਦੇਗਾ ਬੈਂਕਾਂ ਦੇ ਵਿੱਚ। ਤਾਂ ਉਹਨੇ ਕੀ ਕੀਤਾ ਜੋ ਬਚਤ ਕੀਤੀ ਉਹਨੇ ਉਹ ਕੀ ਕੀਤਾ ਵਿੱਤੀ ਖੇਤਰ ਚ ਰੱਖਤੀ। ठीक है भी सारे पैसे जिन्ने मिले सारे उपभोग खर्च नहीं किए। मान लो 100 रुपए मिले तो 80 रुपये दे दिते 20 रुपए आदे कोल बचा ले बचा के किथे रखते बैंकां च रखते यानी बचता वित्ती खेतर च गईयां। ਜਦੋਂ ਲੋੜ ਪਏਗੀ ਉਦੋਂ ਕੀ ਕਰ ਲੇਗਾ ਉਦੋਂ ਉਧਾਰ ਲੈ ਲੇਗਾ। ਆਪਾਂ ਬੈਂਕਾਂ ਨਾਲ ਹੀ ਕੰਮ ਕਰਦੇ ਆ ਵੀ ਜਦੋਂ ਆਪਣੇ ਕੋਲ ਪੈਸੇ ਫालतू ਹੁੰਦੇ ਨੇ ਆਪਾਂ ਜਮ੍ਹਾਂ ਕਰਾ ਦਿੰਨੇ ਆ ਜੋ ਲੋੜ ਹੁੰਦੀ ਆਪਾਂ ਬੈਂਕ ਤੋਂ ਪੈਸਾ ਲੈ ਲੈਂਦੇ ਆ। ਐਵੇਂ ਜਿਹੜਾ ਉਤਪਾਦਕ ਖੇਤਰ ਹੈ ਜਦੋਂ ਉਹ ਬਚਤ ਕਰੇਗਾ ਉਹ ਉਹਨੂੰ ਕਿੱਥੇ ਰੱਖ ਦੇਗਾ ਬੈਂਕ ਦੇ ਵਿੱਚ। ਤਾਂ ਬਚਤ ਰੱਖਤੀ ਜਦੋਂ ਲੋੜ ਪਏਗੀ ਤਾਂ ਉਦੋਂ ਕੀ ਹੋਏਗਾ ਉਧਾਰ ਜਿਹੜੇ ਨੇ ਉਹ ਲੈ ਲੇਗਾ। ਬਸ ਹੁਣ ਕੀ ਹੋਏਗਾ ਇਹ ਹੁਣ ਆਪਣਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਹੋਇਆ ਕਿੰਨੇ ਖੇਤਰਾਂ ਦੇ ਵਿੱਚ ਦੋ ਖੇਤਰਾਂ ਦੇ ਵਿੱਚ। ਪਰ ਨਾਲ ਆਪਾਂ ਕਿਹੜਾ ਲੈ ਲਿਆ ਵਿੱਤੀ ਖੇਤਰ ਜਿਹੜਾ ਹੈ ਉਹ ਲੈ ਲਿਆ। ਠੀਕ ਹੈ। ਵਿੱਤੀ ਖੇਤਰ ਯਾਦ ਰੱਖਣਾ ਬੈਂਕ ਬੀਮਾ ਕੰਪਨੀਆਂ ਡਾਕਖਾਨੇ ਉਹ ਇਹਦੇ ਵਿੱਚ ਜਿਹੜਾ ਉਹ ਆ ਜਾਂਦੇ ਨੇ। ਤਾਂ ਇਹ ਹੋ ਜਾਂਦਾ ਆਪਣਾ ਆਮਦਨ ਤੇ ਉਤਪਾਦਨ ਦਾ ਚੱਕਰੀ ਪ੍ਰਵਾਹ ਦੋ ਖੇਤਰਾਂ ਦੇ ਵਿੱਚ। ਅਗਲੇ ਲੈਕਚਰ 'ਚ ਆਪਾਂ ਗੱਲ ਕਰਾਂਗੇ ਆਮਦਨ ਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਦੀ ਹੀ। ਪਰ ਖੇਤਰ ਕਿੰਨੇ ਹੋ ਜਾਣਗੇ 3 ਹੋ ਜਾਣਗੇ 4 ਹੋ ਜਾਣਗੇ। ਤਾਂ ਆਪਾਂ ਇਸ ਤੋਂ ਬਾਅਦ ਇਹਦੇ ਵਿੱਚ ਸਰਕਾਰ ਖੇਤਰ ਲੈ ਕੇ ਆਵਾਂਗੇ ਉਸ ਤੋਂ ਆਪਾਂ ਇਹਦੇ ਵਿੱਚ ਹੋਰ ਸੰਸਾਰ ਖੇਤਰ ਲੈ ਕੇ ਆਵਾਂਗੇ। ਤਾਂ ਇਸ ਤਰ੍ਹਾਂ ਆਪਣਾ ਕੰਪਲੀਟ ਟੌਪਿਕ ਜਿਹੜਾ ਹੈ ਉਹ ਹੋ ਜਾਏਗਾ। ਤਾਂ ਉਮੀਦ ਹੈ ਤੁਹਾਨੂੰ ਜਿਹੜਾ ਲੈਕਚਰ ਹੈ ਉਹ ਸਮਝ ਆਇਆ ਹੋਵੇਗਾ। ਅਗਰ ਕੋਈ ਚੀਜ਼ ਨਾ ਕਲੀਅਰ ਹੋਵੇ ਤਾਂ ਜ਼ਰੂਰ ਪੁੱਛ ਲਿਆ ਜੇ ਤੁਹਾਡੇ ਡਾਊਟ ਜਿਹੜੇ ਨੇ ਉਹ ਕਲੀਅਰ ਕਰਵਾ ਦਿਆਂਗੇ। ਤਾਂ ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। ਟਿਲ ਦੈਨ ਇਟਸ ਗੁੱਡ ਬਾਏ ਫਰਮ ਮਾਈ ਸਾਈਡ। ਥੈਂਕ ਯੂ ਵੈਰੀ ਮਚ।